ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ, ਕੀ ਹਾਲ ਨੇ ਜੀ। ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ। ਤੇ ਤੁਹਾਡੇ ਵਾਸਤੇ ਲੈ ਕੇ ਆਏ ਬੱਚੋ ਅੱਜ ਨਵਾਂ ਲੈਕਚਰ। ਕੱਲ ਆਪਾਂ 16 ਤੱਕ ਕੰਪਲੀਟ 15 ਤੱਕ ਕੰਪਲੀਟ ਕਰ ਲਏ ਸੀ। ਇਸ ਤੋਂ ਬਾਅਦ ਆਪਾਂ 16 ਤੱਕ ਕਰਦੇ ਹਾਂ। ਠੀਕ ਹੈ ਜੀ। ਤੁਹਾਡੇ ਜਿਹੜੇ MCQ ਹੈ ਪ੍ਰੀਵੀਅਸ ਈਅਰ ਕੁਐਸਚਨ ਹੈਗੇ ਜਿਹੜੇ ਸਾਰੇ ਪੰਜਾਬ ਦੇ ਜਾਂ ਇੰਡੀਆ ਦੇ ਪੇਪਰਾਂ 'ਚ ਆਏ ਹੋਏ ਆ। ਇਸ ਵਾਰ ਵੀ ਤੁਹਾਨੂੰ ਪੇਪਰਾਂ ਦੇ ਵਿੱਚ ਇਹਨਾਂ ਤੋਂ ਕੁਛ ਬਾਹਰ ਨਹੀਂ ਮਿਲਣਾ। ਤਾਂ ਕਰਕੇ ਸਾਰੇ ਕੈਂਡੀਡੇਟਾਂ ਨੂੰ ਇੱਕ ਬੇਨਤੀ ਕਿ ਜੇ ਤੁਸੀਂ ਲਾਉਣਾ ਚਾਹੁੰਦੇ ਇੱਕ ਮੌਕ ਟੈਸਟ ਦੀ ਤਰ੍ਹਾਂ ਵੀ ਲਾ ਸਕਦੇ ਹੋ ਤੇ ਬਾਕੀ ਆਦੇ ਨੋਟਸ ਵੀ ਤਿਆਰ ਕਰ ਸਕਦੇ ਹੋ। ਬਾਕੀ ਮੈਂ PDF ਹੈ ਜਿਹੜਾ ਉਹ ਕੱਲ੍ਹ ਮੈਂ ਤੁਹਾਨੂੰ ਸੈਂਡ ਕਰ ਚੁੱਕਿਆ। PDF ਆਪਣੇ ਟੈਲੀਗ੍ਰਾਮ ਗਰੁੱਪ ਦੇ ਵਿੱਚ ਮੈਂ ਸੈਂਡ ਕਰਤਾ ਸੀ ਰਾਤ ਨੂੰ। ਠੀਕ ਹੈ ਜੀ। ਉੱਥੇ ਤੁਹਾਨੂੰ PDF ਪ੍ਰੋਵਾਈਡ ਹੋ ਜਾ ਕਰਨਗੇ ਇਹਦੇ ਅਤੇ ਉਹਦੇ ਵਾਸਤੇ ਤੁਸੀਂ ਆਪਣਾ ਟੈਲੀਗ੍ਰਾਮ ਗਰੁੱਪ ਜੁਆਇਨ ਕਰ ਲੈਣਾ ਗਾ। ਠੀਕ ਹੈ ਜੀ। ਅਤੇ ਚਲੋ ਚੱਲਦੇ ਅੱਜ ਆਪਾਂ ਆਪਣੇ 16ਵੇਂ ਪ੍ਰਸ਼ਨ 'ਤੇ। ਠੀਕ ਹੈ ਜੀ। 15 ਕਰ ਚੁੱਕੇ ਹਾਂ ਆਪਾਂ। ਇਸ ਤੋਂ ਬਾਅਦ ਆਪਾਂ ਜਿਓਗ੍ਰਾਫੀ ਦੇ ਵੀ ਜਿਹੜੇ ਕਰਾਂਗੇ, ਸਾਇੰਸ ਦੇ ਸਾਰੀਆਂ ਚੀਜ਼ਾਂ ਕਵਰ ਕਰਦੇ ਜਾਵਾਂਗੇ ਆਪਾਂ ਪੇਪਰ ਤੱਕ। ਠੀਕ ਹੈ ਜੀ। ਦੇਖੋ ਕੀ ਕਹਿ ਰਹੇ ਨੇ, ਕਹਿੰਦੇ ਇਹਦੇ ਵਿੱਚ ਸੈਸ਼ਨ ਆਫ ਇੰਡੀਅਨ ਨੈਸ਼ਨਲ ਕਾਂਗਰਸ ਦਾ ਟਰਾਈ ਕਲਰ ਫਲੈਗ ਵਾਜ ਦਾ ਅਨਫੋਲਡ ਫॉर ਦਾ ਫਸਟ ਟਾਈਮ। ਭਾਰਤੀ ਰਾਸ਼ਟਰੀ ਕਾਂਗਰਸ ਨੇ ਕਿਸ ਸੈਸ਼ਨ ਦੇ ਵਿੱਚ ਝੰਡਾ ਲਹਿਰਾਇਆ ਸੀ? ਪਹਿਲੀ ਵਾਰ ਝੰਡਾ ਕਿਹੜੇ ਸੈਸ਼ਨ ਦੇ ਵਿੱਚ ਲਹਿਰਾਇਆ ਸੀ ਕਾਂਗਰਸ ਨੇ? ਤਾਂ ਇਹ ਚੀਜ਼ ਬੱਚੋ ਆਪਾਂ ਕਰਨੀ ਹੈ। ਦੱਸੋ ਝੰਡਾ ਕਿਹੜੇ 'ਚ ਲਹਿਰਾਇਆ ਗਿਆ ਸੀ? ਤਾਂ ਇਹ ਜਿਹੜਾ ਝੰਡਾ ਲਹਿਰਾਇਆ ਗਿਆ ਸੀ ਬੱਚੋ, ਇਹ ਲਹਿਰਾਇਆ ਗਿਆ ਸੀ ਆਪਣਾ ਲਾਹੌਰ ਸੈਸ਼ਨ ਦੇ ਵਿੱਚ। ਠੀਕ ਹੈ ਜੀ। ਲਾਹੌਰ ਸੈਸ਼ਨ ਦੇ ਵਿੱਚ ਇਹ ਝੰਡਾ ਲਹਿਰਾਇਆ ਗਿਆ ਸੀ। ਬਹੁਤ ਜ਼ਿਆਦਾ ਇੰਪੋਰਟੈਂਟ ਇਹ ਇੱਕ ਫੈਕਟ ਹੈ ਜਿਹੜਾ ਕਿ ਤੁਸੀਂ ਛੱਡਣਾ ਨਹੀਂ ਹੈਗਾ। ਠੀਕ ਹੈ ਜੀ। ਅਤੇ ਲਾਹੌਰ ਸੈਸ਼ਨ ਕਦੋਂ ਹੋਇਆ ਸੀ? ਲਾਹੌਰ ਸੈਸ਼ਨ ਹੋਇਆ ਸੀ 1929 ਦੇ ਵਿੱਚ। ਇਹਦੇ ਵਿੱਚ ਝੰਡਾ ਲਹਿਰਾਇਆ ਗਿਆ ਸੀ। ਓਕੇ ਜੀ। ਕਿਹਦੇ ਦੁਆਰਾ ਝੰਡਾ ਲਹਿਰਾਇਆ ਗਿਆ ਸੀ? ਇਹ 'ਚ ਝੰਡਾ ਲਹਿਰਾਇਆ ਗਿਆ ਸੀ ਜਵਾਹਰ ਲਾਲ ਨਹਿਰੂ ਜੀ ਦੁਆਰਾ। ਅਤੇ ਕਿਹੜੀ ਨਦੀ ਦੇ ਕਿਨਾਰੇ 'ਤੇ ਲਹਿਰਾਇਆ ਗਿਆ ਸੀ? ਰਾਵੀ ਨਦੀ 'ਤੇ। ਠੀਕ ਹੈ ਜੀ। ਰਾਵੀ ਨਦੀ ਦੇ ਕਿਨਾਰੇ 'ਤੇ ਇਹ ਝੰਡਾ ਲਹਿਰਾਇਆ ਗਿਆ ਸੀ। ਚਲੋ ਹੁਣ ਤੁਹਾਨੂੰ ਇੱਕ ਪ੍ਰਸ਼ਨ ਮੈਂ ਹੋਰ ਪੁੱਛਦਾ। ਠੀਕ ਹੈ ਜੀ। ਦੂਸਰਾ ਪ੍ਰਸ਼ਨ ਇਹ ਹੈ ਜਿਹੜਾ ਮੈਂ ਪੁੱਛ ਰਿਹਾ ਉੱਥੋਂ ਕਿ ਜਿਹੜੇ ਰਾਵੀ ਨਦੀ ਹੈ, ਠੀਕ ਹੈ ਜੀ, ਇਹਦਾ ਐਂਸੀਡ ਨਾਮ ਮੈਨੂੰ ਦੱਸੋ ਕੀ ਹੈਗਾ ਰਾਵੀ ਨਦੀ ਦਾ? ਰਾਵੀ ਨਦੀ ਦਾ ਮੈਨੂੰ ਐਂਸੀਡ ਨਾਂ ਦੱਸੋ ਕੀ ਆਊਗਾ ਕਮੈਂਟਾਂ ਦੇ ਵਿੱਚ ਦੱਸੋ ਜੀ। ਐਂਸੀਡ ਨਾਂ ਦੱਸਣਾ ਤੁਸੀਂ ਰਾਵੀ ਨਦੀ ਦਾ। ਦੇਖੀ ਜਾਂਦਾ ਕਿਸੇ ਬੱਚੇ ਦਾ ਆਉਂਦਾ ਕਮੈਂਟ ਕਿ ਨਹੀਂ ਆਉਂਦਾ? ਦੱਸੋ ਜੀ ਕੀ ਨਾਮ ਆ ਰਾਵੀ ਨਦੀ ਦਾ? ਰਾਵੀ ਨਦੀ ਦੇ ਵੈਸੇ ਦਾ ਅਲੱਗ ਅਲੱਗ ਨਾਮ ਹੈਗੇ, ਆਪਾਂ ਨੂੰ ਦੱਸ ਦਿਓ ਕੀ ਨਾਮ ਕਹਿੰਦੇ ਐਂਸੀਡ ਨਾਮ। ਤਾਂ ਇਹਦਾ ਨਾਮ ਹੈਗਾ ਪਰੂਸ਼ਨੀ। ਪਰੂਸ਼ਨੀ ਇਹਦਾ ਨਾਮ। ਠੀਕ ਹੈ ਜੀ। ਰਾਵੀ ਨਦੀ ਦਾ ਨਾਮ ਵੇਦਾਂ ਦੇ ਵਿੱਚ ਵੀ ਨਦੀ ਦਾ ਨਾਮ ਲਿੱਤਾ ਗਿਆ ਕਾਫੀ ਜ਼ਿਆਦਾ। ਠੀਕ ਹੈ ਜੀ। ਅਤੇ ਇਹ ਰਾਵੀ ਨਦੀ 'ਤੇ ਲਹਿਰਾਇਆ ਗਿਆ ਸੀ। ਠੀਕ ਹੈ ਜੀ। ਜਵਾਹਰ ਲਾਲ ਨਹਿਰੂ ਦੁਆਰਾ ਇਹ ਝੰਡਾ ਪਹਿਲੀ ਵਾਰ ਲਹਿਰਾਇਆ ਗਿਆ ਸੀ। ਵੈਰੀ 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 ਇੰਪੋਰਟੈਂਟ ਫੈਕਟ ਹੈ ਇਹ ਬੱਚੋ। ਅਤੇ ਹੋਰ ਕੋਈ ਚੀਜ਼ ਤੁਹਾਨੂੰ ਦੱਸਣੀ ਹੋਵੇ ਤਾਂ ਹਾਂ, ਇਹ ਸੈਸ਼ਨ ਜਿਹੜਾ ਹੋਇਆ ਸੀ ਕਦੋਂ ਹੋਇਆ ਸੀ? ਇਹ ਹੋਇਆ ਸੀ ਆਪਣਾ 19 ਦਸੰਬਰ 1929 ਨੂੰ ਇਹ ਸੈਸ਼ਨ ਹੋਇਆ ਸੀ। ਠੀਕ ਹੈ ਜੀ। ਜਿਹੜਾ ਆਪਾਂ ਝੰਡਾ ਲਹਿਰਾਇਆ ਸੀ, ਠੀਕ ਹੈ ਜੀ, ਅਡੋਪਟ ਕੀਤਾ ਸੀ ਜਿਹਦੇ ਝੰਡਾ ਆਪਾਂ ਵੈਸੇ ਤਾਂ ਆਪਾਂ 22 ਜੁਲਾਈ ਨੂੰ ਲੈਤਾ ਸੀ ਝੰਡਾ। 22 ਜੁਲਾਈ 1947 ਨੂੰ ਲੈ ਲਿਆ ਸੀ ਆਪਾਂ। ਬਿੰਕਾਈ ਨਾਂ ਕੀ ਹੈ, ਬਿੰਕਾਈ ਇੱਦਾਂ ਨਾਂ ਪਿੰਗਲਾਈ, ਉਹਨਾਂ ਤੋਂ ਆਪਾਂ ਲੈਤਾ ਸੀ ਝੰਡੇ ਦਾ। ਅਤੇ ਜਿਹੜਾ ਇਹ ਝੰਡਾ ਆਪਾਂ ਅਡੋਪਟ ਕੀਤਾ ਸੀ ਆਪਾਂ 31 ਦਸੰਬਰ 1929 ਨੂੰ ਉਹ ਟਾਈਮਾਂ ਦੇ ਵਿੱਚ ਆਪਾਂ ਇਹ ਅਡੋਪਟ ਕਰ ਲਿਆ ਸੀ। ਅਤੇ ਉਦੋਂ ਆਪਾਂ ਜਿਹੜਾ ਦਿਨ ਮਨਾਇਆ ਸੀ 26 ਜਨਵਰੀ ਦਿਨ ਰੱਖਿਆ ਸੀ ਉਦੋਂ ਆਪਾਂ 26 ਜਨਵਰੀ। ਠੀਕ ਹੈ ਜੀ। 26 ਜਨਵਰੀ ਆਪਾਂ ਦਿਨ ਰੱਖਿਆ ਸੀ। ਇਸੇ ਦਿਨ ਨੂੰ ਹੀ ਬਾਅਦ ਵਿੱਚ ਆਪਾਂ ਕੀ ਕਹਿਣ ਲੱਗ ਗਏ? ਰਿਪਬਲਿਕ ਡੇ ਕਹਿਣ ਲੱਗ ਗਏ। ਇੰਡੀਪੈਂਡੈਂਸ ਡੇ ਨੂੰ ਹੀ ਆਪਾਂ ਬਾਅਦ ਵਿੱਚ ਕੀ ਕਹਿਣ ਲੱਗ ਗਏ? ਰਿਪਬਲਿਕ ਡੇ ਕਹਿਣ ਲੱਗ ਗਏ। ਠੀਕ ਹੈ ਜੀ। ਚਲੋ ਹੁਣ ਚੱਲਦੇ ਹਾਂ ਅਗਲੇ ਪ੍ਰਸ਼ਨ 'ਤੇ। ਅਗਲੇ ਪ੍ਰਸ਼ਨ ਦੇ ਵਿੱਚ ਗੱਲ ਕਰਨ ਲੱਗਿਆ ਕਹਿੰਦੇ ਵਿੱਚ ਅਮੰਗ ਦਾ ਫੋਲੋਇੰਗ ਰੈਗੂਲੇਸ਼ਨ ਮੇਡ ਇੰਗਲਿਸ਼ ਐਜ਼ ਮੀਡੀਅਮ ਆਫ ਦਾ ਐਜੂਕੇਸ਼ਨ ਕੰਪਲਸਰੀ ਇਨ ਦਾ ਗਵਰਨਮੈਂਟ ਐਡਡ ਸਕੂਲ ਐਂਡ ਕਾਲਜ। ਕਹਿੰਦੇ ਹੇਠ ਲਿਖੇ ਨਿਯਮਾਂ ਵਿੱਚੋਂ ਕਿਹੜੇ ਨਿਯਮਾਂ ਨੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਅਤੇ ਕਾਲਜਾਂ ਵਿੱਚ ਸਿੱਖਿਆ ਦੇ ਮਾਧਿਅਮ ਵਜੋਂ ਅੰਗਰੇਜ਼ੀ ਨੂੰ ਲਾਜ਼ਮੀ ਬਣਾਤਾ? ਅੰਗਰੇਜ਼ੀ ਜਿਹੜੀ ਆਪਣਾ ਆਉਂਦੀ ਨਹੀਂ, ਜਿਵੇਂ ਡੱਕੇ ਨਹੀਂ ਆਉਂਦਾ ਅੰਗਰੇਜ਼ੀ ਦਾ, ਮੈਨੂੰ ਤਾਂ ਆਪ ਨਹੀਂ ਆਉਂਦਾ ਭਾਈ। ਠੀਕ ਹੈ। ਅੰਗਰੇਜ਼ੀ ਦੇ ਵਿੱਚ ਹੱਥ ਤੰਗ ਹੀ ਆਪਣਾ ਪੰਜਾਬ ਵਾਲਿਆਂ ਦਾ। ਠੀਕ ਹੈ। ਅਤੇ ਜਿਹੜਾ ਆਪਣਾ ਨੇ ਅੰਗਰੇਜ਼ਾਂ ਨੇ ਬਦਲਾ ਲਿੱਤਾ ਸੀ ਆਪਾਂ ਤੋਂ ਆਪਣੇ ਰਾਜ ਕਰਕੇ ਕਿਸੇ ਉਹਦਾ ਬਦਲਾ ਆਪਾਂ ਅੱਜ ਕੱਲ੍ਹ ਅੰਗਰੇਜ਼ੀ ਤੋਂ ਲੈ ਰਹੇ ਹਾਂ। ਠੀਕ ਹੈ। ਦੱਸੋ ਬੱਚੋ ਕਿਹੜਾ ਉਹ ਐਕਟ ਸੀ ਜਿਹਦੇ ਤਹਿਤ ਇਹ ਜ਼ਰੂਰੀ ਕਰਤਾ ਸੀ ਕਿ ਭਾਈ ਸਾਹਿਬ ਹੁਣ ਅੰਗਰੇਜ਼ੀ ਸਕੂਲਾਂ ਅਤੇ ਕਾਲਜਾਂ ਦੇ ਵਿੱਚ ਕੰਪਲਸਰੀ ਕਰਤੀ? ਜਿਵੇਂ ਅੱਜ ਦੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬੀ ਦੇ ਵਿੱਚੋਂ ਪਾਸ ਹੋਣਾ ਲਾਜ਼ਮੀ ਹੈ, ਉਹ ਜਿਵੇਂ ਅੰਗਰੇਜ਼ ਕਹਿੰਦੇ ਭਾਈ ਅੰਗਰੇਜ਼ੀ 'ਚੋਂ ਪਾਸ ਹੋਣਾ ਲਾਜ਼ਮੀ ਹੈ, ਜਿਵੇਂ ਮਰਜ਼ੀ ਹੋਵੋ ਨਾ ਹੋਵੋ। ਤਾਂ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਪਿਟਸ ਐਕਟ ਬਾਰੇ। ਪਿਟਸ ਐਕਟ ਦਾ ਸੰਬੰਧ ਹੈਗਾ ਇਹਦੇ ਨਾਲ? ਨਹੀਂ ਹੈਗਾ ਬੱਚੋ। ਪਿਟਸ ਐਕਟ ਦਾ ਸੰਬੰਧ ਤਾਂ ਇਹਦੇ ਨਾਲ 1% ਵੀ ਹੈ ਨਹੀਂ। ਪਿਟਸ ਐਕਟ ਆਇਆ ਕਾਹਦੇ ਵਾਸਤੇ ਸੀ? ਪਿਟਸ ਐਕਟ ਤੁਹਾਨੂੰ ਪਤਾ ਹੋਣਾ 1773 ਦੇ ਵਿੱਚ ਰੈਗੂਲੇਟਿੰਗ ਐਕਟ ਆਇਆ ਸੀ ਇੱਕ। ਰੈਗੂਲੇਟਿੰਗ ਐਕਟ 1773 ਦੇ ਵਿੱਚ। ਇਹ ਰੈਗੂਲੇਟਿੰਗ ਐਕਟ ਦੇ ਤਹਿਤ ਕੀ ਕੰਮ ਹੋ ਗਿਆ ਕਿ ਅੱਗੇ ਬਣਦਾ ਹੁੰਦਾ ਸੀ
ਬੰਗਾਲ ਦਾ ਗਵਰਨਰ ਜਾਂ ਗਵਰਨਰ ਆਫ ਬੰਗਾਲ, ਕੁਛ ਵੀ ਲਾ ਲਓ, ਗਵਰਨਰ ਆਫ ਬੰਗਾਲ। ਪਰ ਜਦੋਂ ਇਹ ਰੈਗੂਲੇਟਿੰਗ ਐਕਟ ਪਾਸ ਹੋ ਗਿਆ ਤਾਂ ਆਹ ਸੀਟ ਬੰਦ ਕਰਤੀ ਤੇ ਸਾਡੇ ਚਲਾਤਾ ਗਵਰਨਰ ਜਨਰਲ ਆਫ ਬੰਗਾਲ। ਇਹਦੇ ਤਹਿਤ ਜਿਹੜਾ ਪਹਿਲਾ ਗਵਰਨਰ ਜਨਰਲ ਆਫ ਬੰਗਾਲ ਬਣਿਆ ਸੀ ਉਹ ਬਣਿਆ ਸੀ ਆਪਣਾ ਬੌਰਨ ਹੇਸਟਿੰਗ। ਬੌਰਨ ਹੇਸਟਿੰਗ ਜਿਹਦਾ ਸਮਾਂ ਰਿਹਾ ਗਾ 1774 ਤੋਂ ਲੈ ਕੇ 1785 ਤੱਕ। ਇਹ ਸਾਰਾ ਕੁਝ ਥਿਊਰੀ ਦੇ ਵਿੱਚ ਬੱਚਿਆਂ ਨੂੰ ਕੰਪਲੀਟ ਕਰਵਾਇਆ ਹੋਇਆ। ਜਿਹੜੇ ਬੱਚੇ ਥਿਊਰੀ ਤੋਂ ਪੜ੍ਹਿਆ ਹੋਇਆ ਉਹਨੂੰ ਸਾਰਾ ਕੁਝ ਪਤਾ ਲੱਗਦਾ ਹੋਊ ਇਹਦੇ ਬਾਰੇ, ਠੀਕ ਹੈ ਜੀ। ਉਹਨਾਂ ਵਾਸਤੇ ਕੋਈ ਨਵੀਂ ਚੀਜ਼ ਨਹੀਂ। ਕਹਿਣਾ ਮਤਲਬ ਕਿ ਇਹ ਆਪਸ਼ਨ ਆ ਹੀ ਨਹੀਂ ਸਕਦੀ, ਇਹਨਾਂ ਦਾ ਕੋਈ ਸੰਬੰਧ ਹੀ ਨਹੀਂ ਹੈਗਾ। ਐਜੂਕੇਸ਼ਨ ਡਿਸਪੈਸ 1854 ਦੇ ਵਿੱਚ ਆਇਆ ਸੀ, ਇਹਦੇ ਨਾਲ ਵੀ ਕੋਈ ਸੰਬੰਧ ਨਹੀਂ। ਤੇ ਇੱਕ ਤੁਹਾਨੂੰ ਇੱਥੇ ਤੁਸੀਂ ਇੱਕ ਚੀਜ਼ ਫੜਿਆ, ਰੈਗੂਲੇਟਿੰਗ ਐਕਟ ਬਾਰੇ ਤੁਹਾਨੂੰ ਦੱਸ ਹੀ ਦਿੱਤਾ ਮੈਂ, ਠੀਕ ਹੈ ਜੀ। ਰੈਗੂਲੇਟਿੰਗ ਐਕਟ ਬਾਰੇ ਤੁਹਾਨੂੰ ਦੱਸਿਆ, ਸੱਚ ਇਹਦੇ ਬਾਰੇ ਨਹੀਂ ਦੱਸਿਆ। ਜਿਹੜਾ ਪਿਟਸ ਐਕਟ ਆਇਆ ਸੀ 1784 ਦੇ ਵਿੱਚ ਆਇਆ ਸੀ, ਕਾਹਦੇ ਵਾਸਤੇ ਕੱਢਿਆ ਸੀ? ਕਹਿੰਦੇ ਰੈਗੂਲੇਟਿੰਗ ਐਕਟ ਦੇ ਵਿੱਚ ਕੁਝ ਖਾਮੀਆਂ ਰਹਿ ਗਈਆਂ ਸੀ, ਕੁਝ ਕਮੀਆਂ ਰਹਿ ਗਈਆਂ ਸੀ ਰੈਗੂਲੇਟਿੰਗ ਐਕਟ ਦੇ ਵਿੱਚ। ਉਹ ਕਮੀਆਂ ਨੂੰ ਦੂਰ ਕਰਨ ਲਈ ਫਿਰ ਇਹਨੇ ਪਿਟਸ ਐਕਟ ਕੱਢਿਆ ਸੀ, ਠੀਕ ਹੈ ਜੀ। ਹੁਣ ਤੁਹਾਨੂੰ ਪ੍ਰਸ਼ਨ ਹੋ ਸਕਦਾ ਕਿ ਰੈਗੂਲੇਟਿੰਗ ਐਕਟ ਦੇ ਵਿੱਚ ਕਮੀਆਂ ਪੇਸ਼ੀਆਂ ਨੂੰ ਦੂਰ ਕਰਨ ਵਾਸਤੇ ਇਹਨੇ ਹੋਰ ਕਿਹੜਾ ਐਕਟ ਕੱਢਿਆ ਸੀ? ਤੁਸੀਂ ਕਹਿੰਦੇ ਪਿਟਸ ਐਕਟ ਕੱਢਿਆ ਸੀ 1784 ਦੇ ਵਿੱਚ, ਓਕੇ ਜੀ। ਤਾਂ ਹੁਣ ਜਿਹੜੇ ਬੱਚਿਆਂ ਨੇ ਪਹਿਲਾਂ ਪੜ੍ਹਿਆ ਹੋਣਾਗਾ ਆਪਣੇ ਤੋਂ, ਉਹਨਾਂ ਨੂੰ ਬੱਚਿਆਂ ਨੂੰ ਪਤਾ ਹੋਣਾਗਾ ਕਿ ਅੰਗਰੇਜ਼ੀ ਜਿੱਥੇ ਵੀ ਆ ਗਈ, ਮੈਂ ਤੁਹਾਨੂੰ ਲਿਖਾਇਆ ਬਸ ਉਹਦੇ ਮਕਾਲੇ ਦਾ ਨਾਂ ਆਊਗਾ, ਉੱਥੇ ਮਕਾਲੇ ਦਾ ਨਾਂ ਆਊਗਾ, ਠੀਕ ਹੈ ਜੀ। ਤਾਂ ਇਹ ਫਿਰ ਆ ਗਿਆ ਮਕਾਲੇ ਮਿੰਟ 1835 ਦੇ ਵਿੱਚ ਇਹਨੇ ਐਕਟ ਲੈ ਕੇ ਆ ਗਿਆ ਸੀ। ਇਹ ਬੰਦਾ ਕੀ ਭਾਈ ਆਈ ਸਾਹਿਬ ਕਰੋ। ਤੇ ਤੁਹਾਨੂੰ ਦੱਸ ਦਿੰਦਾ ਕਿਹਦੇ ਸਮੇਂ ਦੇ ਵਿੱਚ ਹੋਇਆ ਸੀ ਇਹ ਐਕਟ, ਕਿਹਦੇ ਸਮੇਂ ਦੇ ਵਿੱਚ ਪਾਸ ਹੋਇਆ ਸੀ? ਉਸ ਸਮੇਂ ਆਪਣਾ ਪਹਿਲਾ ਗਵਰਨਰ ਜਨਰਲ ਆਫ ਇੰਡੀਆ ਬਣਿਆ ਸੀ। ਪਹਿਲਾ ਗਵਰਨਰ ਜਨਰਲ ਆਫ ਇੰਡੀਆ ਬਣਿਆ ਸੀ। ਕਿਹੜਾ ਸੀ ਪਹਿਲਾ ਗਵਰਨਰ ਜਨਰਲ ਆਫ ਇੰਡੀਆ? ਵਿਲੀਅਮ ਬੈਂਟਿੰਗ। ਉਹਦੇ ਸਮੇਂ ਮਕਾਲੇ ਇਹ ਚੀਜ਼ ਲੈ ਕੇ ਆਇਆ ਸੀ। ਇਹ ਵਿਲੀਅਮ ਬੈਂਟਿੰਗ ਉਹੀ ਹੈ ਜਿਹਨੇ 1929 ਦੇ ਵਿੱਚ ਸਤੀ ਪ੍ਰਥਾ ਤੇ 1930 ਦੇ ਵਿੱਚ ਠੱਗੀ ਪ੍ਰਥਾ ਖਤਮ ਕੀਤੀ ਸੀ। ਇਹ ਉਹ ਬੰਦਾ ਗਾ, ਠੀਕ ਹੈ ਜੀ। ਤੇ ਸਤੀ ਪ੍ਰਥਾ ਨੇ ਕਿਹਦੇ ਨਾਲ ਮਿਲ ਕੇ ਕੀਤੀ ਸੀ ਖਤਮ? ਰਾਜਾ ਰਾਮ ਮੋਹਨ ਰਾਏ। ਰਾਜਾ ਰਾਮ ਮੋਹਨ ਰਾਏ। ਤੇ ਰਾਜਾ ਦੀ ਉਪਾਧੀ ਨੂੰ ਕਿਹਨੇ ਦਿੱਤੀ ਸੀ? ਰਾਜਾ ਰਾਮ ਮੋਹਨ ਰਾਏ ਨੂੰ ਅਕਬਰ ਦੂਜੇ ਨੇ, ਠੀਕ ਹੈ ਜੀ। ਇਹ ਸਾਰੀਆਂ ਚੀਜ਼ਾਂ ਲਿਖਦੇ ਜਾਓ, ਕਾਪੀ ਦੇ ਨਾਲ ਨਾਲ ਨੋਟ ਕਰਦੇ ਜਾਓ, ਠੀਕ ਹੈ ਜੀ। ਇਸ ਤੋਂ ਬਾਅਦ ਚੱਲਦੇ ਆਪਾਂ ਤੀਸਰੇ ਪ੍ਰਸ਼ਨ ਤੇ। ਤੀਸਰੇ ਪ੍ਰਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਆ ਬੱਚੋ, ਬਹੁਤ ਜ਼ਿਆਦਾ ਇੰਪੋਰਟੈਂਟ ਆ। ਕਹਿੰਦੇ ਡੂਰਿੰਗ ਕਲੋਨਾਈਲ ਪੀਰੀਅਡ। ਕਲੋਨਾਈਲ ਪੀਰੀਅਡ ਕਿਹੜਾ? ਜਦੋਂ ਅੰਗਰੇਜ਼ਾਂ ਨੇ ਆਪਦਾ ਸਿਸਟਮ ਚਲਾ ਲਿਆ ਸੀ, ਅਲੱਗ-ਅਲੱਗ ਥਾਵਾਂ ਦੇ ਕਲੋਨੀਆਂ ਬਣਾ ਲਈਆਂ ਸੀ, ਸਾਰੇ ਬੰਦੇ ਬੁੱਧੇ ਸੈੱਟ ਕਰਤੇ ਸੀ। ਤਾਂ ਉਦੋਂ ਉਹਨਾਂ ਨੇ ਕਹਿੰਦੇ ਜਿਹੜਾ ਨਿਵੇਸ਼ ਕੀਤਾ, ਪੈਸਾ ਖਰਚ ਕੀਤਾ, ਸਭ ਤੋਂ ਜ਼ਿਆਦਾ ਕਾਹਦੇ ਪੈਸਾ ਖਰਚ ਕੀਤਾ ਉਹਨਾਂ ਦੇ ਸਮੇਂ ਦੇ ਵਿੱਚ? ਇੰਡਸਟਰੀ ਤੇ, ਇਨਫਰਾਸਟਰਕਚਰ, ਸਰਵਿਸ, ਐਗਰੀਕਲਚਰ। ਦੇਖੋ ਇੰਡਸਟਰੀਆਂ ਤਾਂ ਇਹੀ ਲੈ ਕੇ ਆਏ ਸੀ, ਇਨਫਰਾਸਟਰਕਚਰ ਵੀ ਇਹਨਾਂ ਨੇ ਕੀਤੀ ਸੀ, ਸਰਵਿਸਾਂ ਵੀ ਇਹਨਾਂ ਨੇ ਸਟਾਰਟ ਕੀਤੀਆਂ ਸੀ। ਇਹ ਤਾਂ ਬਾਅਦ ਇਹਨਾਂ ਦੇ ਆਉਣ ਤੋਂ ਬਾਅਦ ਕੰਮ ਹੋਇਆ। ਤਾਂ ਜਦੋਂ ਇਹਨਾਂ ਨੇ ਸ਼ੁਰੂ ਦੇ ਵਿੱਚ ਇਹਨੇ ਸਭ ਤੋਂ ਜ਼ਿਆਦਾ ਇਨਵੈਸਟਮੈਂਟ ਕੀਤੀ, ਜਿਹੜੀ ਕੀਤੀ ਸੀ ਉਹ ਕੀਤੀ ਸੀ ਐਗਰੀਕਲਚਰ ਤੇ, ਠੀਕ ਹੈ ਜੀ। ਸਭ ਤੋਂ ਜ਼ਿਆਦਾ ਜਿਹੜੀ ਇਨਵੈਸਟਮੈਂਟ ਕੀਤੀ ਸੀ ਬੱਚਿਓ ਉਹ ਕੀਤੀ ਸੀ ਇਹਨਾਂ ਨੇ ਐਗਰੀਕਲਚਰ ਤੇ। ਇਹ ਇੰਪੋਰਟੈਂਟ, ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਹੁਣ ਮੈਨੂੰ ਇੱਕ ਗੱਲ ਦੱਸ ਦਿਓ ਕਿ ਆਪਣੇ ਇੱਕ ਐਗਰੀਕਲਚਰ ਰਿਸਰਚ ਇੰਸਟੀਟਿਊਟ ਲੱਗਿਆ ਸੀ, ਇਸ ਨੂੰ ਕੱਲ੍ਹ ਕਰਵਾ ਕੇ ਗਿਆ ਹੈਗਾ। ਇਹ ਕਿਹਦੇ ਸਮੇਂ ਦੇ ਵਿੱਚ ਲੱਗਿਆ ਸੀ? ਇਹ 1905 ਦੇ ਵਿੱਚ ਲੱਗਿਆ ਸੀ। ਕਿੱਥੇ ਬੱਚਿਓ ਦੱਸੋ? ਪੂਸਾ ਇਨ ਦਿੱਲੀ। ਪੂਸਾ ਦਿੱਲੀ ਦੇ ਵਿੱਚ ਲੱਗਿਆ ਸੀ। ਤੇ ਹਾਂ ਹੁਣ ਮੈਂ ਦੱਸ ਦੂੰ ਕਿ ਉਹ ਸਮੇਂ ਵਿੱਚ ਰਾਜ ਕਿਹਦਾ ਸੀ? ਤਾਂ ਤੁਹਾਨੂੰ ਦੱਸ ਕੇ ਗਿਆ ਕਿ 1899 ਤੋਂ ਲੈ ਕੇ 1905 ਤੱਕ ਲਾਰਡ ਕਰਜ਼ਨ ਦਾ ਰਾਜ ਰਿਹਾ। ਲਾਰਡ ਕਰਜ਼ਨ ਉਹੀ ਹੈ ਜਿਹਦੇ ਸਮੇਂ ਬੰਗਾਲ ਦੀ ਵੰਡ ਹੋਈ ਸੀ 1905 ਦੇ ਵਿੱਚ। ਅਤੇ ਲਾਰਡ ਕਰਜ਼ਨ ਉਹੀ ਹੈ ਜਿਹਦੇ ਸਮੇਂ ਐਂਸੀਐਂਟ ਮੋਨੂਮੈਂਟ, ਜਿਹੜੀਆਂ ਆਪਣੀਆਂ ਪੁਰਾਣੀਆਂ ਇਮਾਰਤਾਂ ਦੀਆਂ ਪ੍ਰੀਸਰਵੇਸ਼ਨ, ਠੀਕ ਹੈ ਜੀ, ਐਕਟ ਪਾਸ ਕੀਤਾ ਗਿਆ ਸੀ, ਠੀਕ ਹੈ ਜੀ। ਤਾਂ ਕਰਕੇ ਇਹ ਚੀਜ਼ਾਂ ਸਾਰੀਆਂ ਯਾਦ ਕਰਦੇ ਰਿਹਾ ਕਰੋ। ਅਤੇ ਇਹਦੇ ਵਿੱਚ ਕੁਛ ਵੀ ਬੱਚੇ ਨੇ ਛੱਡਣ ਦੀ ਕਿਸੇ ਕੋਸ਼ਿਸ਼ ਨਹੀਂ ਕਰਨੀ। ਅਤੇ ਇੱਕ ਨਾ ਬੱਚੋ ਮੈਂ ਕਹਿਣਾ ਕਿ ਥੋੜ੍ਹੀ ਮੋਟੀ ਇੰਗਲਿਸ਼ ਦੀ ਆਦਤ ਪਾ ਲਓ, ਜ਼ਿਆਦਾ ਤੁਸੀਂ ਇਹ ਚੀਜ਼ਾਂ ਵੱਲ ਨਾ ਭੱਜੋ। ਮੈਨੂੰ ਪਤਾ ਕਿ ਬੱਚੇ ਜ਼ਿਆਦਾ ਜਿਹੜੀ ਉਹ ਕਰਦੇ ਆ ਕਿ ਸਾਨੂੰ ਆਨਸਰ ਵੀ ਇੰਗਲਿਸ਼ ਦੇ ਵਿੱਚ ਦਿੱਤੇ ਜਾਂਦੇ, ਇੰਗਲਿਸ਼ ਦੇ ਵਿੱਚ ਨਾ ਦਿਓ ਬੱਚੋ। ਇੰਗਲਿਸ਼ ਦੇ ਵਿੱਚ ਇੰਨਾ ਹਾਵੀ ਨਾ ਹੋਣ ਦਿਓ ਆਪਦੇ ਆਪ ਨੂੰ ਇੰਗਲਿਸ਼ ਉੱਤੇ, ਇੰਗਲਿਸ਼ ਨੂੰ, ਠੀਕ ਹੈ। ਇਹ ਚੀਜ਼ਾਂ ਤੁਹਾਨੂੰ ਹੁਣ ਨਹੀਂ ਪਤਾ ਲੱਗਣਾ, ਜਦੋਂ ਤੁਸੀਂ ਪੇਪਰ 'ਚ ਬੈਠਾਂਗੇ ਉਦੋਂ ਤੁਹਾਨੂੰ ਬਹੁਤ ਇਹ ਚੀਜ਼ਾਂ ਦਾ ਅਫਸੋਸ ਹੋਊਗਾ। ਮੁੜ ਕੇ ਤੁਹਾਡੇ ਕੋਲ ਕੋਈ ਚਾਰਾ ਨਹੀਂ ਬਚਣਾ ਇਹ ਚੀਜ਼ਾਂ ਤੋਂ ਬਾਹਰ ਨਿਕਲਦਾ, ਠੀਕ ਹੈ। ਅਤੇ ਇੱਕ ਬੇਨਤੀ ਹੁੰਦੀ ਹੈ ਮੇਰੀ ਤੁਹਾਡੇ ਅੱਗੇ, ਆਪਾਂ ਕਿ ਥੋੜ੍ਹੀ ਮੋਟੀ ਆਦਤ ਪਾ ਲਓ, ਠੀਕ ਹੈ। ਜੇ ਮਾੜਾ ਮੋਟਾ ਸਮਝਣ ਦੀ ਕੋਸ਼ਿਸ਼ ਕਰੋਗੇ, ਦੇਖੋ ਸਾਰੀਆਂ ਚੀਜ਼ਾਂ ਤੁਹਾਨੂੰ ਪੰਜਾਬੀ 'ਚ ਹੈ, ਆਨਸਰ ਵੀ ਤੁਹਾਨੂੰ ਸਾਰਾ ਕੁਝ ਚੀਜ਼ਾਂ ਸਮਝਾ ਦੇ ਦੀਆਂ। ਬਾਕੀ ਮੇਰਾ ਜੇ ਤੁਸੀਂ ਕਹੋਗੇ ਅੱਜ ਤਾਂ ਭਾਈ ਕੱਲ੍ਹ ਤੋਂ ਮੇਰਾ ਟਾਈਪ ਕਰ ਦਿਆ ਕਰੂ, ਨਾਲ ਕਹਿ ਕੇ ਕਰਵਾ ਦਿਆ ਕਰਾਂਗੇ, ਇੰਨਾ ਕਰ ਸਕਦੇ ਹਾਂ ਆਪਾਂ ਤਾਂ, ਠੀਕ ਹੈ। ਬਾਕੀ ਜੇ ਮੇਰੀ ਰਾਏ ਮੰਨੋ ਤਾਂ ਇੱਦਾਂ ਹੀ ਕਰ ਲਿਆ ਕਰੋ ਜਿਵੇਂ ਮੈਂ ਕਰਵਾ ਰਿਹਾ ਤੁਹਾਨੂੰ, ਠੀਕ ਹੈ ਜੀ। ਅਤੇ ਚਲੋ ਕਹਿੰਦੇ ਜਿਹੜਾ MA ਜਿਨ੍ਹਾਂ ਸੀ, ਇਹਨਾਂ ਨੇ ਮੁੱਢਲੇ ਸਿਆਸੀ ਜੀਵਨ ਕਿੱਥੋਂ ਸ਼ੁਰੂ ਕੀਤਾ ਸੀ? ਇਹ ਸ਼ੁਰੂ ਦੇ ਵਿੱਚ ਕੀ ਚਾਹੁੰਦਾ ਸੀ ਬੱਚਿਓ? ਟੂ ਨੇਸ਼ਨ ਥਿਊਰੀ ਇਹਨੇ ਬਾਅਦ 'ਚ ਦਿੱਤੀ ਹੈ। ਟੂ ਨੇਸ਼ਨ ਥਿਊਰੀ ਤਾਂ ਇਹਨੇ 1940 ਦੇ ਵਿੱਚ ਦਿੱਤੀ ਹੈ। ਟੂ ਨੇਸ਼ਨ ਥਿਊਰੀ ਦਾ ਕੀ ਮਤਲਬ ਸੀ?
टू नेशन थ्योरी मतलब ये सी एक ना एक पाकिस्तान बना दो एक भारत बना दो सानू अलग अलग कर दो साडा अलग तो संविधान होवे साडा अलग तो सारा सिस्टम होना चाहिए ये बंदा शुरू तो ही फिरदा सी पर कहने मुढ़ले सियासी जीवन शुरू कितों कीता सी ये शुरू कितों कीता सी ना सियासी जीवन उहदी गल कर रहे हैं बच्चे ये दसो कितों शुरू किया हुए बंदे ने तुहाडे सामने सारा कुछ तो ये शुरू तो कहता सी आप हिंदू मुसलमान नूं एक यूनिटी बना के रहना चाहिए गा तो 2 नंबर इहदा आंसर हैगा ठीक है जी 2 नंबर इहदा आंसर आऊगा कि यूनिटी बना के रहना चाहिए आपां नूं। इस तो बाद अपने को आ गया अगला प्रश्न उस तो पहला दसना चाहना बच्चों जो कोई बच्चा अपना ऐप से कोर्स परचेज करना चाहता ऐप से भी लै सकता गा उत्ते मैथ रीजनिंग बहुत वधिया तरीके नाल करवाई हुई है दीप भुल्लर एजुकेशन अरा अपनी ऐप हैगी प्ले स्टोर ते ऐप स्टोर ते आईफोन वाले बच्चों ने क्लास प्लस ऐप डाउनलोड कर लेनी है जिथे और जी को डबल एक्स रैम कहा जाता सोनू रीजनिंग मॉक टेस्ट के दूसरे भी आप प्रोवाइड करवावांगे ठीक है जी डबल एक्स रैम किसी बच्चों की प्रॉब्लम है 78 1 48 85 915 कॉल भी कर सकता बच्चों बहुत ज़्यादा घट रेट से अपने बैच है समझ लो कि तुहानू महीने का 160-70 रुपये भी नहीं पैंदे होने वो बैच के ठीक है जी बहुत ज़्यादा इंपॉर्टेंट बैच है जिस सारे सबजैक्ट तुहानू A to Z करवाए जा रहे हैं जो कोई कैंਡੀਡੇਟ वो बैच परचेज करना चाहता तो कर सकता गा ठीक है जी हजे नॉर्मली प्राइज उन्होंने कोई बाले नहीं है तो क्योंकि MCQ तो अपने तो लग ही रहे हैं जो तुम नाल प्रैक्टिस करते रहोगे तो फायदा गा ठीक है जी। चलो हुण कहते हू अमंग द फॉलोइंग कंट्रोल मैक्सीमम ट्रेड द वैसटर्न कोस्ट रीजन 17वीं सेंचुरी कहते 17वीं सदी दौरान पश्चिमी तटवर्ती खेत्र में हेठ लिखा बच्चों किसने सब तो वध व्यापार किया सब तो वध व्यापार दसो इन्होंने बच्चों किने किया तो सब तो पहला आए थे तो सब तो लास्ट ते गए बंदे दसो सब तो पहला ये आए थे तो सब तो लास्ट ते गए है कौन है बोलो ये है अपने पुर्तगीज पुर्तगाली अपने पुर्तगाली कदों आए सी 1498 के आया सी सब तो पहला इन्हों का गुरु वास्को डी गामा डीप होना भुल गया वास्को डी गामा सब तो पहला आया सी ये बंदा वास्को डी गामा ठीक है जी 1498 के बेचारा इत्थे आके बीमार हो गया अपने तलियां फलियां चीज़ां वालियां खांदे आ तो वापस आ गया 1502 के रिटर्न हो के वापस आया सी रिटर्न वास्को डी गामा 1502 के ठीक है जी ये किहड़ी पोर्ट ते उतरिया सी बच्चों ये किहड़ी पोर्ट ते उतरिया सी कालीकट कालीकट पोर्ट ते उतरिया सी उस समय अपने एक हिंदू शासक राज करदा हुंदा सी कालीकट ते की नाम सी उहदा नाम हैगा सी जिमरॉन ठीक है जी ये दो सब तो ज़्यादा मेन ये 2 गवर्नर जनरल होए है 2 मतलब इन्होंने गवर्नर होए इंडिया के जोड़े पुर्तगाइज होंदे सी सब तो पहला जोड़ा हैगा सी उहदा नाम तो हैगा बच्चों नंबर 1 ते फ्रांसिस्को तो बाद हाँ डी अल्मीडा ना ही बड़े कसूते है ये आया सी दूजे नंबर पर जोड़ा आया उन्होंने बड़ा इंपोर्टेंट है उहदा नाम हैगा अल्फांसो कटरीना कैफ नहीं मशहूरी जी करती होंगी अंब जे की मूँह ते अंब जा बुल्लां दे अंब जा सड़ती होंगी है ठीक है तो अंब जी की मशहूरी करती होंगी है तो वो अल्फांसो है जोड़ा अंबा की किस्म लैके आए यही लैके आए पुर्तगीज से जोड़े यही अंब लैके आए अपने आ बंदा लैके आया ने आपके नाम की अंबा की प्रजाति रखी सी अल्फांसो डी जो पूरा नाम लिख लो LBQRQEE बाकी नैट से सर्च कर लो भाई साहब ना ही बड़ा वड्डा है ठीक है तो अल्फांसो याद कर लो ठीक है अल्फांसो ये अंबा की प्रजाति ही लेके सी दूसरा होएगा आ फस्ट होया ज़्यादा मशहूर ये होया ये 1509 के आया सी तो 1510 के गोवा को कैप्चर कर लिया सी ठीक है जी तो गोवा नूं सब तो बाद दे विच छड़ाया गया अपने इंडिया के विच सारे बागे से अंग्रेज अंगरूज अपने वालियां ने 1961 के इंडियन आर्मी ने गोवा छड़ाया गया पुर्तगालियां तो 1961 के विच ठीक है जी ये गल याद रखनी है तो होर सारा कुछ होर कोई पॉइंट रह गया होवे बस आही गोवा को कैप्चर 1510 1509 के अल्फांसो अंब लैके आया सी हाँ तो तंबाकू कौन लैके आया तंबाकू जर्दा तंबाकू भी यही लैके आए सी पुर्तगीज हत्थ नहीं मारते होंगे तंबाकू तो आए ताड़ियां जो मारते होंगे वो तंबाकू तो डच 1602 के आए सी डच भी जो थोड़ी लीडरी कर लगे अंग्रेज तगड़े से अंग्रेजों ने इन्होंने भी दबा लिया बैटल ऑफ बेडारा 1759 के अंग्रेजों ने इन्होंने बैटल ऑफ बेडारा करी सी डच नाल ठीक है जी तो 1602 के आए सी तो सब तो पहला पुर्तगीज आए सी दुग ते डच आए सी तिग ते इंग्लिश आए सी चौथे डैंस आए सी ते पंजवें ते फ्रेंच आए सी ठीक है जी सारिया चीज़ याद कर लो इहदा आंसर आ जाऊगा अपना पुर्तगीज ठीक है जी हुण चलते हैं अगले ते
मैच द फॉलोइंग कर दो भाई साहब, मैच द फॉलोइंग कौन करेगा बताओ। देखो ਇਹਨੂੰ JP ਨਾਰਾਇਣ ਵੀ ਕਹਿ ਦਿੰਦੇ ਆ ਤੇ ਜੇ ਪ੍ਰਕਾਸ਼ ਨਾਰਾਇਣ ਦਾ ਫੁੱਲ ਨਾਮ ਹੈਗਾ, ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾਗਾ। ਠੀਕ ਹੈ ਜੀ। ਇਹਨੂੰ ਕੀ ਕਿਹਾ ਜਾਂਦਾ ਗਾ ਦੱਸੋ। ਇਹਨੂੰ ਕਿਹਾ ਜਾਂਦਾ ਬੱਚਿਓ ਲੋਕ ਨਾਇਕ, ਇਹਨੂੰ ਲੋਕ ਨਾਇਕ ਕਿਹਾ ਜਾਂਦਾ ਗਾ। ਲੋਕ ਮਾਨੀਆਂ ਦਾ ਸਮਝ ਲਓ, ਲੋਕ ਮਾਨੀਆਂ ਕਿਹਾ ਜਾਂਦਾ ਆਪਣੇ ਨੂੰ ਬਈ ਬੀਜੀ ਗੰਗਾ ਤਲਕ ਨੂੰ। ਤੇ ਇਦੋਂ ਮੇਨ ਮੇਨ ਚੱਕ ਲਓ, ਮੇਨ ਜਿਵੇਂ ਦਾਦਾ ਭਾਈ ਨਰੋਜੀ ਹੈ, ਦਾਦਾ ਭਾਈ ਨਰੋਜੀ ਨੂੰ ਕੀ ਕਿਹਾ ਜਾਂਦਾ ਗ੍ਰੈਂਡ ਓਲਡ ਮੈਨ ਆਫ ਇੰਡੀਆ। ਲਾਲਾ ਲਾਜਪਤ ਰਾਏ ਨੂੰ ਕੀ ਕਿਹਾ ਜਾਂਦਾ ਪੰਜਾਬ ਕੇਸਰੀ ਕਿਹਾ ਜਾਂਦਾ ਹੈ। ਹੁਣ ਰਹਿ ਗਿਆ ਬੀ ਆਪਸ਼ਨ ਵਾਲਾ, ਬੀ ਆਪਸ਼ਨ ਨੂੰ ਕੀ ਕਿਹਾ ਜਾਂਦਾ ਗਾ CF ਐਂਟਰੀ ਨੂੰ ਕੀ ਕਿਹਾ ਜਾਂਦਾ, ਇਹਨੂੰ ਕਿਹਾ ਜਾਂਦਾ ਦੀਨ ਬਿੰਦੂ। ਦੇਸ਼ ਬੰਧੂ ਨਹੀਂ ਹੈਗਾ ਇਹ, ਇੱਕ ਦੇਸ਼ ਬੰਧੂ ਵੀ ਹੈਗਾ, ਇਹ ਆਪਣੇ ਦੀਨ ਬਿੰਦੂ ਆ, ਇਹਦਾ ਨਾਂ ਯਾਦ ਰੱਖ ਲਿਓ। ਠੀਕ ਹੈ ਜੀ, ਦੀਨ ਬਿੰਦੂ ਯਾਦ ਰੱਖ ਲਿਓ। ਇਹਨੂੰ ਕੀ ਕਿਹਾ ਜਾਂਦਾ ਫਰੈਂਡ ਆਫ ਦਾ ਪੂਰ ਵੀ ਕਿਹਾ ਜਾਂਦਾ। ਜਿਹੜਾ ਦੀਨ ਬਿੰਦੂ ਹੈ ਇਹਦਾ ਇੱਕ ਨਾਮ ਹੋਰ ਵੀ ਹੈ ਫਰੈਂਡ ਆਫ ਦਾ ਪੂਅਰ, ਗਰੀਬਾਂ ਦਾ ਦੋਸਤ। ਉਹ ਵੀ ਕੌਣ ਹੈ, ਉਹ ਵੀ ਆਪਣਾ ਵਿਚਾਰਾ ਇਹੀ ਹੈਗਾ। ਠੀਕ ਹੈ ਜੀ, ਇਹਦੇ ਯਾਦ ਕਰ ਲਿਓ ਇਹਦੇ ਬਾਰੇ। ਤੇ ਦਾਦਾ ਭਾਈ ਨਰੋਜੀ ਨੂੰ ਗ੍ਰੈਂਡ ਓਲਡ ਮੈਨ ਕਿਹਾ ਜਾਂਦਾ ਆਪਣਾ। ਠੀਕ ਹੈ ਜੀ। ਤੇ ਹਾਂ ਇੱਕ ਗੱਲ ਹੋਰ ਯਾਦ ਰੱਖ ਲਓ, ਜਿਹੜੇ ਆਪਣੇ ਲਾਲਾ ਲਾਜਪਤ ਰਾਏ ਹੈ ਇਹਨਾਂ ਨੂੰ ਦਾ ਲਵੈਂਡ ਆਫ ਪੰਜਾਬ ਕੀ ਕਿਹਾ ਜਾਂਦਾ, ਪੰਜਾਬ ਕੇਸਰੀ ਵੀ ਕਿਹਾ ਜਾਂਦਾ ਇਹਨਾਂ ਨੂੰ, ਦਾ ਲਵੈਨ ਆਫ ਪੰਜਾਬ ਵੀ ਕਿਹਾ ਜਾਂਦਾ ਹੈ। ਠੀਕ ਹੈ ਜੀ। ਇੱਕ ਇਹਨਾਂ ਨਾਮ ਹੋਰ ਵੀ ਹੈ, ਕੀ ਨਾਮ ਹੈਗਾ ਸ਼ੇਰੇ ਪੰਜਾਬ, ਸ਼ੇਰੇ ਪੰਜਾਬ ਵੀ ਲਾਲਾ ਲਾਜਪਤ ਰਾਏ ਨੂੰ ਕਿਹਾ ਜਾਂਦਾ ਗਾ। ਇੰਨੇ ਨਾਮ ਇਹਨਾਂ ਦੇ। ਠੀਕ ਹੈ ਜੀ। ਬਸ ਚਲੋ ਹੋਰ ਕੋਈ ਚੀਜ਼ ਰਹਿ ਗਈ ਹੋਵੇ। ਠੀਕ ਹੈ, ਤਾਂ ਇਹ ਆਪਣੀ ਆਪਸ਼ਨ ਬਣੂਗੀ 2 ਨੰਬਰ ਆਪਸ਼ਨ। ਠੀਕ ਹੈ ਜੀ, ਇਹ 2 ਨੰਬਰ ਆਪਸ਼ਨ ਬਣ ਜੂਗੀ। ਸਾਰਾ ਤੁਹਾਨੂੰ ਦੱਸਤਾ ਜਿਹੜੇ ਇੰਪੋਰਟੈਂਟ ਫੈਕਟ ਸੀ ਇਹਦੇ। ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰਸ਼ਨ ਤੇ। ਜਿਹੜੇ ਬੱਚੇ ਨੇ ਆਪਰੇਸ਼ਨ ਲਾ ਲਿਆ ਤੁਹਾਡਾ ਪੇਪਰ ਬਾਈ ਕਲੀਅਰ ਹੋਣ ਤੋਂ ਕੋਈ ਨਹੀਂ ਰੋਕ ਸਕਦਾ, ਤੁਹਾਡੇ ਨਾਲ ਵਾਅਦਾ ਇਹ ਆਪਣਾ। ਇਸ ਤੋਂ ਬਾਅਦ ਗਿਵਨ ਦਾ ਬਲੋ ਨੇਮਸ ਆਫ ਪ੍ਰੋਮਿਨੈਂਟ ਲੀਡਰ ਐਂਡ ਦੇਅਰ ਰਿਸਪੈਕਟਿਵ ਆਪਰੇਸ਼ਨ ਏਰੀਆ ਡਰਿੰਗ ਦਾ ਰਿਵੋਲਟ ਪੀਰੀਅਡ ਸਿਲੈਕਟ ਦਾ ਇਨਕਰੈਕਟ ਪੇਅਰ। ਕਹਿੰਦੇ ਸਹੀ ਗਲਤ ਜੋੜਾ ਚੁਣਨਾ ਆਪਾਂ। ਇਹਦੇ ਵਿੱਚੋਂ ਕਈ ਸਹੀ ਦਿੱਤੇ ਵੇ, ਇੱਕ ਗਲਤ ਦਿੱਤਾ ਵਾ, ਗਲਤ ਚੁਣਨਾ ਚਾਹੁੰਦਾ ਜਿਹਨੇ ਕਿੱਥੋਂ ਇਹ ਵਿਰੋਧ ਲੀਡ ਕੀਤਾ ਸੀ। ਤੁਹਾਨੂੰ ਪਤਾ ਹੋਣਾ ਬੱਚੋ 1857 ਈਸਵੀ ਦਾ ਵਿਦਰੋਹ ਹੋਇਆ ਸੀ, ਜਿਹਦੇ ਬਹੁਤ ਸਾਰੇ ਜ਼ਿਆਦਾ ਕਾਰਨ ਹੈਗੇ। ਇਹਦੇ ਬਾਰੇ ਤੁਹਾਨੂੰ ਮੈਂ ਡਿਟੇਲ 'ਚ ਨਹੀਂ ਦੱਸ ਸਕਦਾ ਕਿਉਂਕਿ ਫਿਰ ਵੀਡੀਓ ਬੜੀ ਲੰਬੀ ਹੋ ਜਾਊਗੀ। ਥਿਊਰੀ ਦੇ ਵਿੱਚ ਸਾਰਾ ਕੁਝ ਕਰਵਾ ਕੇ ਗਿਆ ਹੋਇਆ। ਪੈਨਸ਼ਨ ਦਾ ਰੌਲਾ ਸੀ, ਇਨਫੀਲਡ ਰਾਈਫਲ ਆ ਗਈ ਸੀ ਇਹਨਾਂ ਦੀ, ਇਨਫੀਲਡ ਰਾਈਫਲ ਜਿਹਨੂੰ ਸਾਫ਼ ਵੀ ਕੀਤਾ ਜਾਂਦਾ ਸੀ ਗਾਂ ਤੇ ਸੂਰ ਦੇ ਮਾਸ ਦੇ ਨਾਲ ਸਾਫ਼ ਕੀਤਾ ਜਾਂਦਾ ਸੀ। ਇਨਫੀਲਡ ਰਾਈਫਲ ਕਾਰਤੂਸ ਛਿੱਲਣੇ ਪੈਂਦੇ ਸੀ, ਪੈਨਸ਼ਨਾਂ ਬੰਦ ਕਰਤੀਆਂ ਸੀ, ਹੜੱਪ ਨੀਤੀ ਲਿਆਏ ਸੀ, ਡਾਕਟਰ ਆਫ ਲਾਈਫ ਬੜੇ ਜਾਣੇ ਕਾਰਨ ਸੀ, ਪੈਨਸ਼ਨ ਬੰਦ ਕਰਤੀ ਸੀ, ਬਹਾਦਰ ਸ਼ਾਹ ਨੂੰ ਕਿਲੇ 'ਚੋਂ ਕਰਤਾ ਸੀ, ਬੜਾ ਕੁਛ ਕੀਤਾ ਸੀ ਅੰਗਰੇਜ਼ਾਂ ਨੇ ਭਾਈ ਸਾਹਿਬ। ਤਾਂ ਉਹ ਚੀਜ਼ ਤੋਂ ਬਾਅਦ ਹੌਲੀ ਹੌਲੀ ਵਿਦਰੋਹ ਵੱਧਦਾ ਗਿਆ। ਤਾਂ ਇਹਨਾਂ ਦੇ ਵਿੱਚ ਕਿਹੜੀ ਜਗ੍ਹਾ ਤੋਂ ਕਿਹੜਾ ਬੰਦਾ ਗਲਤ ਲਿਖਿਆ ਹੋਇਆ ਇੱਥੇ ਹੁਣ ਤੁਹਾਨੂੰ ਪਤਾ ਹੋਣਾ। ਜਿਹੜੇ ਕੁੰਵਰ ਸਿੰਘ ਆ ਬੱਚੋ ਇਹ ਬਿਹਾਰ ਤੋਂ ਲੀਡ ਕਰ ਰਿਹਾ ਸੀ, ਬਿਹਾਰ ਤੋਂ। ਅਤੇ ਬਿਹਾਰ ਦੇ ਵਿੱਚ ਸ਼ਾਹਾਬਾਦ ਵੀ ਆਉਂਦਾ, ਇਹ ਬਿਲਕੁਲ ਸਹੀ ਹੈ। ਨਾਨਾ ਸਾਹਿਬ ਕਾਨਪੁਰ ਤੋਂ ਲੀਡ ਕਰ ਰਿਹਾ ਸੀ, ਨਾਨਾ ਸਾਹਿਬ ਅਤੇ ਤਾਤਕਾ ਤੋਂ ਪੇ ਵੀ ਦੇ ਬਸ ਸਹੀ ਹੈ। ਖਾਨ ਬਹਾਦਰ ਖਾਨ, ਠੀਕ ਹੈ, ਬਹਾਦਰ ਖਾਨ ਰੁਹੇਲਖੰਡ ਤੋਂ ਕਰ ਰਿਹਾ ਸੀ। ਠੀਕ ਹੈ ਜੀ। ਤਾਂ ਹੁਣ ਰਹੇਗੀ ਰਾਣੀ ਲక్ష్ਮੀ ਬਾਈ ਬੱਚੋ, ਇਹ ਝਾਂਸੀ ਤੋਂ ਕਰ ਰਹੀ ਸੀ ਲੀਡ, ਝਾਂਸੀ ਤੋਂ। ਇੱਥੇ ਇੰਦੌਰ ਲਿਖਿਆ ਹੋਇਆ, ਤਾਂ ਕਰਕੇ A ਨੰਬਰ ਆਪਸ਼ਨ ਇਹਨੇ ਗਲਤ ਦਿੱਤੀ ਹੋਈ ਹੈ। ਤਾਂ ਆਪਣਾ ਆਨਸਰ ਜਿਹੜਾ ਆਊਗਾ ਉਹ ਆਊਗਾ A ਨੰਬਰ ਆਪਸ਼ਨ। ਠੀਕ ਹੈ ਜੀ। ਇਸ ਤੋਂ ਬਾਅਦ ਚੱਲਦੇ ਹਾਂ ਅਗਲੇ 'ਤੇ। ਆਹ ਤਾਂ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਇਹਦਾ ਭੁੱਲ ਕੇ ਵੀ ਨਹੀਂ ਛੱਡਣਾ। ਹੂ ਵਾਜ਼ ਦਾ ਨੈਸ਼ਨਲ ਲੀਡਰ ਹੂ ਰੋਟ ਹਿਸਟਰੀ ਆਫ ਦਾ ਇੰਡੀਆ ਦਾ ਬਾਲਸ ਆਫ ਦਾ ਅੰਡੇਮਾਨ ਸੈਲੂਲਰ ਜੇਲ੍ਹ। ਕਹਿੰਦੇ ਉਹ ਕਿਹੜਾ ਭਾਰਤੀ ਲੀਡਰ ਹੈਗਾ ਜਿਹੜੇ ਨੇ ਕੀ ਕੀਤਾ ਬੱਚੋ, ਕੀ ਕਰਤਾ ਉਹਨੇ ਅੰਡੇਮਾਨ ਨਿਕੋਬਾਰ ਦੀਆਂ ਜੇਲ੍ਹਾਂ ਦੇ ਉੱਪਰ ਕੀ ਕਰਤਾ, ਇਤਿਹਾਸ ਹੀ ਲਿਖਤਾ ਭਾਰਤ ਦਾ। ਕਿੰਨੇ ਪੇਜਾਂ ਦਾ ਇਤਿਹਾਸ ਲਿਖਿਆ ਇਹਨੇ ਇਹਦੇ 'ਤੇ? 10,000 ਤੋਂ ਵੱਧ ਪੇਜਾਂ ਦਾ ਇਤਿਹਾਸ ਲਿਖਤਾ। ਇਹ ਜਿਹਾ ਪ੍ਰਸ਼ਨ ਵੀ ਪੁੱਛਿਆ ਜਾ ਸਕਦਾ ਹੁੰਦਾ ਗਾ। ਠੀਕ ਹੈ ਜੀ। ਇਹਦਾ ਨਾਂ ਦੱਸੋ ਕੀ ਹੈਗਾ, ਕਿਉਂ ਇਹ ਕੰਧ 'ਤੇ ਕਿਉਂ ਲਿਖਤਾ? ਹੁਣ ਅੱਧੇ ਕਹਿਣਗੇ ਇਹਦੇ ਦਿਮਾਗ 'ਚ ਫਰਕ ਸੀ, ਕੰਧ 'ਤੇ ਕਿਉਂ ਲਿਖਤਾ? ਬੱਚੋ ਅੰਗਰੇਜ਼ਾਂ ਤੋਂ ਮੰਗਿਆ ਸੀ ਇਹਨਾਂ ਨੇ ਪੈਨ ਪੈਨਸਲ, ਕਹਿੰਦਾ ਪੈਨ ਦੇ ਦਿਓ, ਪੇਜ ਦੇ ਦਿਓ, ਪਰ ਉਹਨਾਂ ਨੇ ਇਹਨਾਂ ਨੂੰ ਕੀ ਦਿੱਤਾ? ਨਾ ਤਾਂ ਪੈਨ ਦਿੱਤਾ, ਨਾ ਇਹਨਾਂ ਨੇ ਪੇਪਰ ਦਿੱਤਾ। ਠੀਕ ਹੈ। ਫਿਰ ਵਿਚਾਰੇ ਨੇ ਆਪ ਦਾ ਹੱਲ ਕੀਤਾ ਇਹਨੇ। ਦੇਖੋ ਕਿੱਡਾ ਵੱਡਾ ਦੇਸ਼ ਪ੍ਰੇਮੀ ਹੋਊਗਾ ਇਹ ਬੰਦਾ, ਹੈ ਨਾ। ਆਪਣੇ ਟਾਈਮ ਦੇ ਵਿੱਚ ਤਾਂ ਆਪਣੇ ਨਾਲ ਕਹਿੰਦਾ 2 ਮਿੰਟ WhatsApp 'ਤੇ ਫਿਲਮ ਦੇਖ ਲਈਏ, ਉਹਦੇ ਨੈੱਟ 'ਤੇ ਕੋਈ ਕ੍ਰੋਮ 'ਤੇ ਫਿਲਮ ਦੇਖ ਲਈਏ। ਠੀਕ ਹੈ। ਅਤੇ ਇਹਦੇ ਵਿੱਚੋਂ 10,000 ਪੇਜਾਂ ਦਾ ਇਤਿਹਾਸ ਲਿਖਤਾ ਅੰਡੇਮਾਨ ਦੀਆਂ ਜੇਲ੍ਹਾਂ 'ਤੇ। ਕਿਹੜੀ ਭਾਸ਼ਾ ਦੇ ਵਿੱਚ ਲਿਖਤਾ? ਮਰਾਠੀ ਭਾਸ਼ਾ ਦੇ ਵਿੱਚ ਲਿਖਤਾ, ਮਰਾਠੀ ਭਾਸ਼ਾ ਦੇ ਵਿੱਚ। ਠੀਕ ਹੈ। ਬਹੁਤ ਸਾਰੀਆਂ ਲੈਣਾ ਬਣ ਗਈਆਂ, ਇਹਨਾਂ ਪੋਸਟਰਾਂ ਵੀ ਲਿਖੀਆਂ ਨੇ, ਬੜਾ ਕੁਛ ਲਿਖਿਆ। ਇਹ ਬੰਦੇ ਦਾ ਕੀ ਨਾਮ ਹੈ ਬੱਚਿਓ? BR ਅੰਬੇਦਕਰ ਤਾਂ ਹੋ ਨਹੀਂ ਸਕਦਾ। ਠੀਕ ਹੈ ਜੀ। ਅਤੇ ਇਹ 'ਚ ਆਪਸ਼ਨ ਇੱਕ ਗਲਤ ਲੱਗ ਰਹੀ ਹੈ, ਆਪਸ਼ਨ ਦਿੱਤੀ ਨਹੀਂ ਕੋਈ। 1 ਮਿੰਟ ਬੱਚਿਓ।
ठीक है। ये थोड़ा ना इन्होंने वो लिखा होया है, शॉर्टकट ना लिखा होया है, वीर सावरकर लिखा होया, वीर सावरकर। इन्होंने असल नाम है बी डी सावरकर। बी डी सावरकर नूं ही वीर सावरकर कह देंगे। इहदा फुल नाम की है, फुल नाम भी कई बार आ जाता है। इन्होंने फुल नाम है विनायक दमोदर सावरकर। ये नाम असली इन्होंने मराठी के लिखिया सी। 10,000 तो ज़्यादा इन्होंने की करे सी पेज बन गए इन्होंने जो इन्होंने इतिहास लिखा सी। ठीक है जी। तो ज्योतिबा फुले बारे तुहानूं दस के गया गा। इन्हें पहला व्यक्तिगत अंदोलन चलाया सी 40 के 1940 के। अंबेडकर ड्राफ्ट कमेटी का प्रधान सी। ठीक है जी। तो इस तो बाद चलते हैं आप अगे। डॉक्ट्राइन ऑफ लैप्स। डॉक्ट्राइन ऑफ लैप्स किहदे समय आई सी? ये आई सी 1848 ਅਤੇ 1856 ਦੇ ਜਿਹੜੇ ਬੰਦੇ ਦਾ ਰਾਜ ਸੀ। ਕਿਹਦਾ ਰਾਜ ਸੀ? लॉर्ड डलहौजी का। लॉर्ड डलहौजी बारे कल चंगी तरह दस के गया। ये समय 1854 के पोस्टल स्टैंप। ठीक है जी। 1853 भी लगता जिवें तुहानूं दस्सिया सी। 1856 के रीमैरिज एक्ट। ठीक है जी। तो डॉक्ट्राइन ऑफ लैप्स 1848 के डॉक्ट्राइन ऑफ लैप्स। ठीक है। काफ़ी कुछ लैके आया सी। कहते सब तो पहले इन्हें हड़प नीति के तहत किहड़े ते कब्जा किया? सब तो पहला इन्हें कब्जा किया बच्चों 17 ते 1848 के हड़प नीति बंद साल। सब तो पहले ने 17 डॉक्ट्राइन ऑफ हड़प नीति के तहत हड़प लिया। ठीक है जी। हड़प नीति के तहत बंदे ने की किया? हड़प लिया। इस तो बाद दूसरे नंबर पर आ जाता अपना जयपुर। इस तो बाद जयपुर को हड़प्या इन्हें। ठीक है जी। एक गल होर याद रखियो बच्चों, एक ना संबलपुर आउंदा हुंदा 1849 के ही तां पंजाब नूं दब लिया सी इन्होंने, अंग्रेज़ों ने पंजाब ते कब्जा कर लिया सी। ते 1800 दे विच ही इन्होंने संबलपुर नूं दब लिया सी। ठीक है। कई बार पुछना कि संबलपुर नूं किदों दब्बिया सी? तुसीं कहंदे 1849 के पंजाब ते संबलपुर इकट्ठे दब लए सी। ते सब तो एंड ते किहनूं दब्बिया सी इन्होंने? अवध नूं। सब तो एंड ते किहनूं दब्बिया सी? अवध नूं। अवध नूं उस समय दे विच औद कह दिंदे सी। औद अवध का पुराना नाम हैगा। तो औद बैंक अपनी सब तो पुरानी बैंक है। ये गल भी याद रखना जिहदे थोड़े जे भारती काम करते सी। ठीक है जी। हाँ, एक प्रश्न होर पूछा जाता, झांसी नूं किदों दब्बिया सी? झांसी नूं 1854 ईस्वी के विच कब्जा किया जी झांसी ते। ठीक है जी। ये सारियां चीज़ों तो बाद 1857 का विद्रोह होया सी। जो विद्रोह होया सी उस समय अपना वायसराय कौन सी? उस समय अपना वायसराय हैगा सी कैनिंग, लॉर्ड कैनिंग, जिहड़ा कि अपना फस्ट तां वायसराय सी ते लास्ट गवर्नर जनरल ऑफ इंडिया सी। ठीक है जी। द इंडियन यूनिवर्सिटी वाज फस्ट फाउंडड इन द टाइम्स। ठीक है जी। भारतीय यूनिवर्सिटी की स्थापना पहली बार किहदे समय दे विच हुई सी? दसो जी। भारतीय यूनिवर्सिटी की स्थापना पहली बार किहदे समय दे विच हुई सी? तो इस दसना चाहना बच्चों, यूनिवर्सिटियां की जिहड़ी स्थापना हुई सी सब तो पहला ये हुई सी अपने लॉर्ड कैनिंग के समय। लॉर्ड कैनिंग के समय बंबे, मद्रास, कोलकाता तीन थावां ते यूनिवर्सिटियां एस्टैबलिश कीतियां गईयां सी। ये लॉर्ड कैनिंग आ जिहड़ा इहदा समा रहा 1856 तो लैके 1862 तक इहदा समा रहा हैगा। ठीक है जी। लॉर्ड कैनिंग का इहदे समय ही 1857 ईस्वी का विद्रोह होया सी लॉर्ड कैनिंग के समय। तो बंबे, मद्रास, कलकत्ता दे विच यूनिवर्सिटियां बन गई सी। एक ना सो तो पूछा जाता यूनिवर्सिटी एक्ट कदों आया सी? यूनिवर्सिटी एक्ट ये 1904 के आया सी। ये आया सी लॉर्ड करजन के समय। ये गल याद रखनी है। आ लॉर्ड मैकाले तो तुसीं भुल नहीं सकते, वही इंग्लिश लैके आया सी, इनू भुलना नहीं आपां। ठीक है जी। 1835 के वही बंदा गा। वॉरेन हेस्टिंग्स कौन है? ये अपना पहला गवर्नर जनरल ऑफ बंगाल हैगा। लॉर्ड कैनिंग बारे आप गल कर ली, ये अपना पहला वायसराय है, लास्ट गवर्नर जनरल ऑफ इंडिया। लॉर्ड विलियम बेंटिक कौन है? ये वही है जो 1829 के जिन्हें सती प्रथा तो 1830 के ठगी प्रथा खत्म की सी। ये समय ही लॉर्ड मैकाले है जोड़ा आ बैठा पहल नंबर ऑप्शन, तो इन्हें अंग्रेजी की शुरुआत की सी। अंग्रेजी लाजमी करो भाई ये। ठीक है जी। इन्ना कुछ हो गया सी। ओके, चलो हम चलते हैं अगले ते। वन ऑफ द फॉलोइंग वाज नॉट इनवॉल्व द चिटागोंग आर्मरी रेड 1934। कहते एक चिटागोंग आर्मरी रेड हुई सी बच्चों। ठीक है जी। चिटागोंग आर्मरी रेड हुई सी एक। ये रेड बारे पूछ रहे हैं कि ये रेड कित्थे हुई सी? ये मतलब किहड़े बंदे पार्टिसिपेट नहीं किया सी, ये पूछ रहे हैं, है ना। देखो बच्चों, जेदा प्रश्न देखना इस इन्ना दस दिंदा कि ये जी घटना हुई सी, ये हुई सी अपनी 18 अप्रैल 1930 नूं। ये बंदे बहुत ज़्यादा सी, काफ़ी बंदे सी ये। ठीक है जी। ग्रुप बनया होया सी, गणेश, निर्मल, अंबिका, उन्हें ना तो मेरे भी नहीं याद होने, सीधी गल दसदा।
ਇਹ ਜਿਹੇ ਪ੍ਰਸ਼ਨ ਤੁਹਾਨੂੰ ਨਹੀਂ ਪੁੱਛਦੇ, ਜੇ ਪੁੱਛਿਆ ਤਾਂ ਇੱਕ ਪੁੱਛ ਸਕਦੇ ਕਿਹੜਾ ਹੈਗਾ ਸੀ। ਤਾਂ ਇਹਨਾਂ ਦੇ ਵਿੱਚੋਂ ਜਿਹੜਾ ਨਹੀਂ ਹੈਗਾ ਸੀ ਬੱਚਿਓ, ਕਲਪਨਾ ਦੱਤਾ ਤਾਂ ਹੈਗਾ ਸੀ, ਸੂਰਿਆ ਸੇਨ ਤਾਂ ਮੇਨ ਹੀ ਸੀ ਇਹਨਾਂ ਦੇ ਵਿੱਚੋਂ, ਪ੍ਰਿਤਿਲਾ ਆ, ਦਿਨੇਸ਼ ਗੁਪਤਾ ਨਹੀਂ ਹੈਗਾ ਸੀ ਇਹਨਾਂ ਦੇ ਵਿੱਚੋਂ। ਠੀਕ ਹੈ, ਦਿਨੇਸ਼ ਗੁਪਤਾ ਦਾ ਕੋਈ ਲੈਣਾ ਦੇਣਾ ਨਹੀਂ। ਕਲਪਨਾ ਦੱਤਾ ਹੈਗਾ ਸੀ, ਪ੍ਰਿਤਪਾਲ ਹੈਗਾ ਸੀ, ਆਨੰਦ ਗੁਪਤਾ ਸੀ, ਪਰ ਇਹ ਨਹੀਂ ਹੈਗਾ ਸੀ ਦਿਨੇਸ਼ ਗੁਪਤਾ। ਠੀਕ ਹੈ ਜੀ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਆਪਣੇ ਕੋਲ ਆ ਗਿਆ, ਕਹਿੰਦੇ ਵਿਚ ਆਫ ਦਾ ਫੋਲੋਇੰਗ ਈਵੈਂਟ ਮੇਡ ਇਨ ਇੰਗਲਿਸ਼ ਈਸਟ ਇੰਡੀਆ ਕੰਪਨੀ ਦਾ ਲੈਗੀਟੀਮੇਟ ਮਾਸਟਰਸ ਆਫ ਬੰਗਾਲ ਸੂਬਾ। ਹੇਠ ਲਿਖੀਆਂ ਘਟਨਾਵਾਂ ਵਿੱਚੋਂ ਕਿਹੜੀਆਂ ਘਟਨਾਵਾਂ ਨੇ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਨੂੰ ਬੰਗਾਲ ਦੇ ਸੂਬੇ ਦਾ ਜਾਇਜ਼ ਮਾਲਕ ਬਣਾਤਾ ਕਿ ਭਾਈ ਹੁਣ ਤੁਸੀਂ, ਠੀਕ ਹੈ ਜੀ, ਕੀ ਹੋ ਗਿਆ, ਅੰਗਰੇਜ਼ੀ ਈਸਟ ਕੰਪਨੀ ਨੂੰ ਬੰਗਾਲ ਦੇ ਸੂਬੇ ਦਾ ਜਾਇਜ਼ ਬਣਾਤਾ। ਤਾਂ ਇਹ ਕਿਹੜੀ ਘਟਨਾ ਨੇ ਬਣਾਤਾ? ਦੇਖੋ ਬੱਚੋ, 1757 ਈਸਵੀ ਦੀ ਜਿਹੜੀ ਬੈਟਲ ਦੀ, ਸਭ ਤੋਂ ਪਹਿਲਾਂ ਤੁਹਾਨੂੰ ਆਨਸਰ ਦੱਸ ਦਿੰਦਾ ਮੈਂ। ਆਨਸਰ ਹੈਗਾ ਇਹਦਾ ਬੈਟਲ ਆਫ ਬਕਸਰ। ਬੈਟਲ ਆਫ ਬਕਸਰ ਹੋਈ ਸੀ 1764 ਦੇ ਵਿੱਚ। ਇਹ 3 ਜਾਣਿਆਂ ਦੇ ਵਿਚਕਾਰ ਹੋਈ ਸੀ। ਅੰਗਰੇਜ਼ਾਂ ਵਾਲੇ ਪਾਸੋਂ ਦਾ ਲੀਡ ਕਰ ਰਿਹਾ ਸੀ ਮੁਨਰੋ ਲੀਡ ਕਰ ਰਿਹਾ ਸੀ। ਠੀਕ ਹੈ ਜੀ। ਅਤੇ ਦੂਸਰੇ ਪਾਸੋਂ 3 ਬੰਦੇ ਲੀਡ ਕਰ ਰਹੇ ਸੀ, 3 ਜਾਣਿਆਂ ਦੀ ਜੁਆਇੰਟ ਫੋਰਸ ਸੀ। ਕਿਹੜਾ ਸੀ? ਇੱਕ ਤਾਂ ਹੈਗਾ ਸੀ ਮੀਰ ਕਾਸਮ, ਠੀਕ ਹੈ ਜੀ, ਜਿਹੜਾ ਕਿ ਬੰਗਾਲ ਨੂੰ ਲੀਡ ਕਰ ਰਿਹਾ ਸੀ। ਦੂਜੇ ਪਾਸੇ ਹੈਗਾ ਸੀ, ਇਹ ਸਰਾਜੂ ਦੌਲਾ ਨਹੀਂ ਹੈਗਾ ਬੱਚੋ, ਬਹੁਤ ਬੱਚੇ ਉਲਝੇ ਜਾਂਦੇ ਸਾਜੀ, ਤੁਸੀਂ ਤਾਂ ਕਹਿੰਦਾ ਸੀ ਉਹ ਮਰ ਗਿਆ ਸੀ ਉਦੋਂ। ਇਹ ਸਾਜੂ ਦੌਲਾ ਸੀ, ਸਾਜੂ ਦੌਲਾ। ਇਹ ਲੀਡ ਕਰ ਰਿਹਾ ਸੀ ਅਬਦ ਨੂੰ, ਜਿਹਨੂੰ ਆਪਾਂ ਔਦ ਕਹਿੰਦੇ ਸੀ ਉਹ ਸਮੇਂ ਦੇ ਵਿੱਚ। ਠੀਕ ਹੈ ਜੀ, ਔਦ ਵੀ ਐਂ ਵੀ ਕਹਿੰਦੇ ਸੀ, ਔਦ ਅਬਦ ਨੂੰ। ਅਤੇ 3rd ਨੰਬਰ 'ਤੇ ਜਿਹੜਾ ਲੀਡ ਕਰ ਰਿਹਾ ਸੀ ਉਹ ਹੈਗਾ ਸੀ ਸ਼ਾਹ ਆਲਮ ਦੂਜਾ, ਇਹ ਮੁਗਲ ਸੀ। ਠੀਕ ਹੈ, ਪਰ ਇਹਨਾਂ ਦੇ ਵਿੱਚ ਜਿੱਤਿਆ ਮਨਜ਼ੂਰੀ ਸੀ ਕਿਉਂਕਿ ਅੰਗਰੇਜ਼ਾਂ ਦੀ ਬਹੁਤ ਜ਼ਿਆਦਾ ਸੀ। ਉਦੋਂ ਫਿਰ ਇਹਨੇ ਸਿੱਧੀ ਰਾਜ ਕਰਨ ਲੱਗ ਗਏ ਸੀ ਈਸਟ ਇੰਡੀਆ ਕੰਪਨੀ ਬੰਗਾਲ ਸੂਬੇ ਦੇ ਉੱਪਰ। ਠੀਕ ਹੈ ਜੀ। ਜਿਹੜੀ ਬੈਟਲ ਆਫ ਪਲਾਸੀ ਹੋਈ ਸੀ 1757 ਦੇ ਵਿੱਚ ਹੋਈ ਸੀ, ਇਹ ਕਿਹਦੇ ਵਿਚਕਾਰ ਹੋਈ ਸੀ? ਇਹ ਅੰਗਰੇਜ਼ਾਂ ਦੇ ਸਰਾਜੂ ਦੌਲਾ ਦੇ ਵਿਚਕਾਰ ਹੋਈ ਸੀ, ਜਿਹੜਾ ਕਿ ਨਵਾਬ ਸੀ ਬੰਗਾਲ ਦਾ। ਠੀਕ ਹੈ ਜੀ। ਫਰਕਸ਼ੀਅਰ, ਇਹ ਫਰਕਸ਼ੀਅਰ ਉਹੀ ਬੰਦਾ ਬੱਚੋ, ਘਟੀਆ ਬੰਦਾ ਇਹ, ਇਹਨੇ ਫਰਮਾਨ ਜਾਰੀ ਕੀਤਾ ਸੀ। ਠੀਕ ਹੈ ਜੀ। ਫਰਕਸ਼ੀਅਰ ਨੇ ਕੀ ਫਰਮਾਨ ਜਾਰੀ ਕਰਤਾ? ਕਹਿੰਦਾ ਕੰਪਨੀ ਕਿਤੇ ਵੀ ਆਪਣੀਆਂ ਕੰਪਨੀਆਂ ਲਾ ਸਕਦੇ ਆ, ਅੰਗਰੇਜ਼ ਕਿਤੇ ਵੀ ਆਪਣੀ ਕੰਪਨੀ ਲਾ ਸਕਦੇ। ਇਹ ਚੀਜ਼ ਇਹ ਬੰਦੇ ਨੇ ਲਾਗੂ ਕਰਤੀ ਸੀ। ਇਸੇ ਦੇ ਆਹ ਫਰਕਸ਼ੀਅਰ ਫਰਮਾਨ ਦਾ ਸੈਕਿੰਡ ਨੇਮ ਕੀ ਹੈ? ਇਸੇ ਫਰਮਾਨ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈਗਾ? ਮੈਗਨਾ ਕਾਰਟਾ ਆਫ ਦਾ ਕੰਪਨੀ। ਮੈਗਨਾ ਕਾਰਟਾ ਆਫ ਦਾ ਕੰਪਨੀ ਵੀ ਇਹਦੇ ਰਾਜ ਨੂੰ ਕਿਹਾ ਜਾਂਦਾ। 1 ਮਿੰਟ ਬੱਚੋ ਮੈਂ ਪਾਣੀ ਪੀ ਲਾਂ। ਮੈਗਨਾ ਕਾਰਟਾ ਆਫ ਕੰਪਨੀ ਵੀ ਇਸ ਨੂੰ ਕਿਹਾ ਜਾਂਦਾ ਸੀ। ਅੰਗਰੇਜ਼ਾਂ ਨੂੰ ਬਾਹਲੀਆਂ ਸਹੂਲਤਾਂ ਦਿੱਤੀਆਂ ਸੀ। ਉਹੀ ਫਰਕਸ਼ੀਅਰ ਹੈ ਬੱਚੋ, ਜਿਹਨੇ 1716 ਦੇ ਵਿੱਚ ਮੁਖਲੀਸਰ ਤੋਂ ਗ੍ਰਿਫਤਾਰ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸ਼ਹੀਦ ਕੀਤਾ ਸੀ। ਠੀਕ ਹੈ ਜੀ। ਅਤੇ ਬਸ ਹੋਰ ਇਹਦਾ ਫਰਮਾਨ ਤੋਂ ਕੋਈ ਬਾਹਲਾ ਇੰਪੋਰਟੈਂਟ, ਬਸ ਐਂ ਸਮਝੋ ਇਬਰਾਹਿਮ ਖਾਨ ਨੇ ਜਿਹੜਾ ਇਹਦਾ ਫਰਮਾਨ ਦਿੱਤਾ ਸੀ, ਕਿਦੋਂ ਦਿੱਤਾ ਸੀ? 1690 ਦੇ ਵਿੱਚ। ਇਹ ਤਾਂ ਕੋਈ ਬਾਹਲਾ ਇੰਪੋਰਟੈਂਟ ਹੈ ਨਹੀਂ। ਠੀਕ ਹੈ ਜੀ। ਇਹਦਾ ਆਨਸਰ ਆਊਗਾ ਬਕਸਰ, ਬੈਟਲ ਆਫ ਬਕਸਰ। ਇਸ ਤੋਂ ਬਾਅਦ ਆਪਣਾ ਅਗਲਾ ਪ੍ਰਸ਼ਨ ਆ ਗਿਆ, ਕਹਿੰਦੇ ਇਹ ਪਾਰਟ ਫਰੋਮ ਦਾ ਕਿਊਟ ਇੰਡੀਆ ਮੂਵਮੈਂਟ। ਭਾਰਤ ਛੱਡੋ ਅੰਦੋਲਨ ਕਿਦੋਂ ਸਟਾਰਟ ਹੋਇਆ ਸੀ? 9 ਅਗਸਤ 1942 ਨੂੰ ਸਟਾਰਟ ਹੋਇਆ ਸੀ। ਇੱਕ ਕਹਿੰਦੇ ਇਸੇ ਹੀ ਡੇਟ ਨੂੰ ਇੱਕ ਹੋਰ ਸਨਸਨੀਖੇਜ਼ ਗਤੀਵਿਧੀ ਹੋਈ ਸੀ। ਉਹ ਗਤੀਵਿਧੀ ਕਿਹੜੀ ਸੀ? ਉਹ ਗਤੀਵਿਧੀ ਹੈਗੀ ਸੀ ਬੱਚੋ ਆਪਣੀ ਸਾਲਟ ਸੱਤਿਆਗ੍ਰਹਿ। ਨਹੀਂ, ਇਹ ਤਾਂ 1930 ਦੇ ਵਿੱਚ ਹੋਇਆ ਸੀ। ਵੈਸੇ ਇਹਦੀ ਡੇਟ ਇਹ ਨਹੀਂ ਹੈਗੀ। ਸਾਈਮਨ ਕਮਿਸ਼ਨ 28 ਦੀ ਗੱਲ ਹੈ। ਚੰਪਾਰਨ ਸੱਤਿਆਗ੍ਰਹਿ, ਸਾਲਟ ਸੱਤਿਆ, ਇਹ ਚੰਪਾਰਨ ਸੱਤਿਆਗ੍ਰਹਿ 1917-18 ਦੇ ਵਿੱਚ ਗਾਂਧੀ ਜੀ ਨੇ ਚਲਾਇਆ ਸੀ। ਠੀਕ ਹੈ ਜੀ। ਖੇੜਾ ਅੰਦੋਲਨ ਚਲਾਇਆ ਸੀ ਨਾਲੇ। ਅਤੇ ਇਹ ਹੈਗਾ ਬੱਚੋ ਕੋਕਰੀ ਕਾਂਡ ਰੋਬਰੀ, ਕੋਕਰੀ ਕਾਂਡ, ਜਿਹੜਾ ਕਿ 1925 ਦੇ ਵਿੱਚ ਕੋਕਰੀ ਕਾਂਡ ਹੋਇਆ ਸੀ। ਠੀਕ ਹੈ ਜੀ। ਇਹ ਕੋਕਰੀ ਕਾਂਡ ਦੇ ਵਿੱਚ ਬੱਚੋ ਕੀ ਕਰਤਾ ਸੀ? ਅੰਗਰੇਜ਼ਾਂ ਦੀਆਂ ਟ੍ਰੇਨਾਂ ਲੁੱਟਣੀਆਂ ਸੀ ਆਪਾਂ। ਇਹ ਘਟਨਾ ਹੋਈ ਸੀ 9 ਅਗਸਤ 1925 ਨੂੰ, ਅਤੇ 9 ਅਗਸਤ 1942 ਨੂੰ ਆਪਾਂ ਭਾਰਤ ਛੱਡੋ ਮੂਵਮੈਂਟ ਚਲਾਈ ਸੀ। ਦੋਨਾਂ ਦਾ ਆਪਸ ਦੇ ਵਿੱਚ ਪੂਰਾ ਗੁੰਡਾ ਸੰਬੰਧ ਹੈਗਾ। ਠੀਕ ਹੈ ਜੀ। ਇਹਨੂੰ ਲੀਡ ਕੌਣ ਕਰ ਰਿਹਾ ਸੀ? ਵੈਰੀ ਇੰਪੋਰਟੈਂਟ, ਇਹਨੂੰ ਲੀਡ ਕੌਣ ਕਰ ਰਿਹਾ ਸੀ? ਕੋਕਰੀ ਕਾਂਡ ਵਾਲੀ ਸਾਡੀ ਉਹਨੂੰ ਕੌਣ ਲੀਡ ਕਰ ਰਿਹਾ ਸੀ? ਇਹਦਾ ਜਿਹੜਾ ਮਾਸਟਰਮਾਈਂਡ ਸੀ ਉਹ ਹੈਗਾ ਸੀ ਰਾਮ ਪ੍ਰਸਾਦ ਬਿਸਮਿਲ। ਪਰ ਇਹ ਕਾਮਯਾਬ ਨਹੀਂ ਹੋਏ ਸੀ ਵਿਚਾਰੇ। ਇੱਕ ਇਹਨਾਂ ਦਾ ਬੰਦਾ ਹੋਰ ਵੀ ਸੀ, 2 ਜਾਣੇ ਸੀ ਇਹ। ਠੀਕ ਹੈ ਜੀ। ਦੂਸਰਾ ਨਾਮ ਹੈਗਾ ਗਾ ਐਸ਼ ਫਕੱਲਾ ਖਾਨ, ਲਿਖ ਦਿੰਦਾ ਹੈਗਾ ਐਸ਼, ਇਹ ਫਕੱਲਾ ਕਿਵੇਂ ਪਊਗਾ? FAQ, ਇੱਦਾਂ ਲਿਖ ਲਓ ਜਾਂ ਫਕੱਲਾ ਖਾਨ, ਨਾਂ ਜਾਂ ਬੜਾ ਔਖਾ ਦਾ। ਐਸ਼ ਫਕੱਲਾ ਖਾਨ ਸੀ ਉਹਦਾ ਨਾਮ। ਠੀਕ ਹੈ। ਅਤੇ ਇਹ ਸੀ, ਅਤੇ ਇਹ ਬੱਚੋ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਸੀ ਇਹ ਦੋਨੇ? ਇਹ ਰੱਖਦੇ ਸੀ HRA ਨਾਲ ਸੰਬੰਧ। HRA, ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ, ਇਹ ਨਾਲ ਸੰਬੰਧ ਰੱਖਦੇ ਸੀ ਇਹ। ਠੀਕ ਹੈ ਜੀ। ਬਾਅਦ ਵਿੱਚ ਇਸੇ ਪਾਰਟੀ ਨੂੰ ਹੀ ਕੀ ਬਣਾਤਾ ਸੀ? HSRA। ਇਸੇ ਪਾਰਟੀ ਨੂੰ ਬਾਅਦ ਵਿੱਚ ਕੀ ਬਣਾਤਾ ਸੀ? HSRA, ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ
ਐਸੋਸੀਏਸ਼ਨ, ਠੀਕ ਹੈ। ਨਾਂ ਤਾਂ ਸੇਮ ਹੀ ਸੀ। ਇਹ ਕਿਦੋਂ ਬਣਾਤਾ ਸੀ? ਇਹ ਬਣਾਤਾ ਸੀ 1928 ਦੇ ਵਿੱਚ, ਉਹਦਾ ਇਹ ਨਾਮ ਬਣਾਤਾ ਸੀ। 1925 ਦੇ ਵਿੱਚ HRA ਹੁੰਦਾ ਸੀ, ਇਹ ਤੋਂ ਬਾਅਦ HSA ਨਾਂ ਹੁੰਦਾ ਸੀ ਇਹਦਾ, ਠੀਕ ਹੈ ਜੀ। ਰਾਮ ਪ੍ਰਸਾਦ ਬਿਸਮਲ ਹੋਰ ਵੀ ਭਗਤ ਸਿੰਘ ਵਰਗੇ ਵੀ ਇਸ ਚੀਜ਼ ਦੇ ਵਿੱਚ ਹੀ ਇਹਨਾਂ ਦੇ ਨਾਲ ਜੁੜੇ ਹੋਏ ਸੀ, ਠੀਕ ਹੈ ਜੀ। ਇਹ ਘਟਨਾ ਵਾਪਰੀ ਸੀ ਉਹ ਸਮੇਂ ਦੇ ਵਿੱਚ, ਠੀਕ ਹੈ ਜੀ। ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰਸ਼ਨ 'ਤੇ। ਆਪਰੇਸ਼ਨ ਬਹੁਤ ਇੰਪੋਰਟੈਂਟ, ਜਿਹੜੇ ਬੱਚੇ ਤੁਹਾਨੂੰ ਦੱਸਦਾ ਕਿ ਐਪ 'ਤੇ ਥਿਊਰੀ ਕਰੀ ਹੋਈ ਉਹਨਾਂ ਵਾਸਤੇ ਕੋਈ ਔਖੇ ਆਪਰੇਸ਼ਨ ਨਹੀਂ ਹੋਣੇ। ਜਿਹੜੇ ਬੱਚੇ ਨੇ ਪੜ੍ਹ ਲਿਆ ਉਹਨਾਂ ਵਾਸਤੇ ਚੁਟਕੀ ਦਾ ਕੰਮ ਹੈਗਾ, ਆਪਰੇਸ਼ਨ ਚੁਟਕੀ ਦੇ ਵਿੱਚ ਕਰ ਦੇਣਗੇ। ਪੇਸ਼ਵਾ ਬਾਜੀ ਰਾਓ ਤੂੰ ਆਜ਼ਾਦ ਹੋਂਦ ਨੂੰ ਹੇਠ ਲਿਖਿਆਂ ਵਿੱਚ ਕਿਹੜੀਆਂ ਸੰਧੀਆਂ ਨੇ ਖਤਮ ਕਰ ਦਿੱਤਾ ਕਿ ਭਾਈ ਬਾਜੀ ਰਾਓ ਪੇਸ਼ਵਾ ਦਾ ਕੋਈ ਜਾਤੀ ਨਹੀਂ ਹੈਗੀ, ਕੋਈ ਇਹ ਧਰਮ ਨਹੀਂ, ਕੋਈ ਇਹ ਵੰਸ਼ ਨਹੀਂ, ਇਹਦਾ ਖਤਮ ਕਰਤੇ ਸੀ। ਇਹ ਕਿਹਨੇ ਵੰਸ਼ ਕੀਤੇ ਸੀ, ਖਤਮ ਕੀਤੇ ਸੀ ਬੱਚਿਓ? ਦੇਖੋ ਸਭ ਤੋਂ ਪਹਿਲਾਂ ਜੀ ਟ੍ਰੀਟੀ ਆਫ ਸਲਵਾਈ ਹੋਈ ਸੀ। ਇਹ ਹੋਇਆ ਸੀ ਆਪਣਾ 1784 ਤੱਕ ਚੱਲਿਆ ਸੀ। 1784 ਦੇ ਵਿੱਚ ਜਾ ਕੇ ਆਪਣੀ ਇਹ ਟ੍ਰੀਟੀ ਆਫ ਸਲਵਾਈ ਹੋਈ ਸੀ। ਇਹ ਕਾਹਦੇ ਵਾਸਤੇ ਹੋਈ ਸੀ? ਇਹ ਫਸਟ ਮਰਾਠਾ ਵਾਰ ਜਿਹੜੀ ਹੋਈ ਸੀ ਉਹਨੂੰ ਖਤਮ ਕਰਨ ਵਾਸਤੇ ਹੋਈ ਸੀ, ਫਸਟ ਮਰਾਠਾ ਵਾਰ ਨੂੰ, ਟ੍ਰੀਟੀ ਆਫ ਸਲਵਾਈ, ਠੀਕ ਹੈ ਜੀ। ਇਸ ਤੋਂ ਬਾਅਦ ਆ ਗਿਆ ਆਪਣਾ ਬੈਲਜਲੀ ਆ ਗਿਆ। ਉਹਦੇ ਸਮੇਂ ਹੋਈ ਸੀ ਇਹ ਟ੍ਰੀਟੀ ਆਫ ਬਸੀਨ। ਨਹੀਂ, ਉਹਦੇ ਸਮੇਂ ਨਹੀਂ ਹੋਈ ਸੀ ਇਹ ਬੱਚੇ, ਹੋਈ ਸੀ ਟ੍ਰੀਟੀ ਆਫ ਬਸੀਨ ਹੋਈ ਸੀ ਲਾਰਡ ਹੈਸਟਿੰਗ ਦੇ ਸਮੇਂ ਹੋਈ ਸੀ, ਠੀਕ ਹੈ ਜੀ। ਲਾਰਡ ਹੈਸਟਿੰਗ ਦੇ ਸਮੇਂ ਹੋਈ ਸੀ ਬੱਚਿਓ ਟ੍ਰੀਟੀ ਆਫ ਬਸੀਨ। ਇਹ ਗੱਲ ਯਾਦ ਰੱਖਣੀ, 1802 ਦੇ ਵਿੱਚ ਹੋਈ ਸੀ, ਠੀਕ ਹੈ ਜੀ। ਇਹ ਗੱਲ ਯਾਦ ਰੱਖਿਓ। ਹੁਣ ਇੱਕ ਮਿੰਟ ਬੱਚੇ, ਮੈਨੂੰ ਕਨਫਿਊਜ਼ਨ ਆ ਥੋੜ੍ਹੀ, ਇੱਕ ਮਿੰਟ ਯਾਰ, ਇੱਕ ਡੇਟਾ ਨਾ ਹੈ ਬਾਹਲੀਆਂ ਜ਼ਿਆਦਾ। ਟ੍ਰੀਟੀ ਆਫ ਸਲਵਾਈ ਤਾਂ ਹੋਈ ਸੀ 1784 ਦੇ ਵਿੱਚ, ਇਹ ਹੋਈ ਸੀ, ਹਾਂ ਠੀਕ ਹੈ ਬੱਚੋ, ਠੀਕ ਹੈ। ਇਹ ਸੈਕਿੰਡ ਹੋਈ ਸੀ ਆਪਣੀ, ਸੈਕਿੰਡ ਦੇ ਵਿੱਚ, ਕਿਉਂਕਿ ਤੀਸਰੀ ਦੇ ਵਿੱਚ ਤਾਂ ਬੰਬੇ ਪ੍ਰੈਜ਼ੀਡੈਂਸੀ ਦੇ ਵਿੱਚ ਮਿਲਾ ਲਿਆ ਸੀ ਇਹਨਾਂ ਨੂੰ, ਸੌਰੀ। 1802 ਦੇ ਵਿੱਚ ਬੈਲਜਲੀ ਦੇ ਸਮੇਂ ਹੋਈ ਸੀ, ਪਹਿਲਾਂ ਸਹੀ ਦੱਸ ਕੇ ਗਿਆ, ਲਾਰਡ ਬੈਲਜਲੀ ਦੇ ਸਮੇਂ। ਇਹ ਲਾਰਡ ਬੈਲਜਲੀ ਬੱਚੇ ਉਹੀ ਹੈਗਾ, ਠੀਕ ਹੈ, ਜਿਹਦਾ ਸਮਾਂ 1798 ਤੋਂ ਲੈ ਕੇ 1805 ਤੱਕ ਰਿਹਾ। ਇਸ ਨੂੰ ਬੰਗਾਲ ਟਾਈਗਰ ਕਹਿ ਦਿੰਦੇ ਆ, ਬੰਗਾਲ ਟਾਈਗਰ ਵੀ ਇਸ ਨੂੰ ਕਹਿ ਦਿੰਦੇ ਆ। ਅਤੇ ਸਬਸਿਡੀ ਅਲਾਇੰਸ ਵੀ ਇਹੀ ਲੈ ਕੇ ਆਇਆ ਸੀ, ਠੀਕ ਹੈ ਜੀ। ਇਹਦੇ ਸਮੇਂ ਹੋਈ ਸੀ ਸੈਕਿੰਡ ਮਰਾਠਾ ਵਾਰ, ਓਕੇ, ਇਹ ਯਾਦ ਕਰ ਲਿਓ। ਸੌਰੀ ਬੱਚੋ, ਮੈਂ ਕਈ ਵਾਰੀ ਨਾ ਆਪਦੇ ਵੀ ਦਿਮਾਗ 'ਚੋਂ ਨਿਕਲ ਜਾਂਦੀ ਹੈ, ਕਿਉਂਕਿ ਮੇਰੇ ਦਿਮਾਗ ਦੀਆਂ ਬਾਹਲੀਆਂ ਚੀਜ਼ਾਂ ਫਿਰਦੀਆਂ ਹੁੰਦੀਆਂ। 1802 ਦੇ ਵਿੱਚ ਹੋਈ ਸੀ, ਠੀਕ ਹੈ ਜੀ। ਟ੍ਰੀਟੀ ਆਫ ਸਲਵਾਈ ਇਹ ਫਸਟ ਮਰਾਠਾ ਵਾਰ ਦੇ ਵਿੱਚ ਬੌਰਨ ਹੈਸਟਿੰਗ ਦੇ ਸਮੇਂ ਹੋਈ ਸੀ। ਇਸ ਤੋਂ ਬਾਅਦ ਅੱਜ ਆਪਣਾ ਲਾਸਟ ਆਪਰੇਸ਼ਨ ਆ ਗਿਆ। ਕੀ ਕਹਿ ਰਹੇ ਨੇ? ਕਹਿੰਦੇ ਵਿੱਚ ਇੰਡੀਅਨ ਸਟੇਟਮੈਨ ਆਫ ਜੂਜ਼, ਕਹਿੰਦੇ ਕਿਹੜੇ ਬੰਦੇ ਨੇ ਇਹ ਮੈਜਿਕ ਵਾਰਡ ਦਿੱਤੇ ਸੀ? ਲੌਂਗ ਈਅਰ ਐਗੋ ਵੀ ਮੇਡ ਏ ਟਾਈਸਟ ਵਿਦ ਡੈਸਟੀਨੀ ਐਂਡ ਦਾ ਨਾਓ ਦਾ ਟਾਈਮ ਕਮਸ ਵੈਨ ਵੀ ਸ਼ੈਲ ਰਿਡੀਮ ਆਵਰ ਪਲੈਜ। ਕਹਿੰਦੇ ਕਿਸ ਭਾਰਤੀ ਰਾਜਨੇਤਾ ਨੇ ਇਹ ਜਾਦੂਈ ਸ਼ਬਦਾਂ ਦੀ ਵਰਤੋਂ ਕੀਤੀ ਸੀ ਕਿ ਬਹੁਤ ਸਾਲ ਪਹਿਲਾਂ ਅਸੀਂ ਕਿਸਮਤ ਨਾਲ ਇੱਕ ਕੋਸ਼ਿਸ਼ ਕੀਤੀ ਸੀ। ਉਸ 1857 ਵਾਲੀ ਦੀ ਗੱਲ ਕਰ ਰਹੇ ਨੇ, ਠੀਕ ਹੈ ਜੀ। ਉਦੋਂ ਕੋਸ਼ਿਸ਼ ਕੀਤੀ ਸੀ ਪਰ ਉਹ ਕੋਸ਼ਿਸ਼ ਕਾਮਯਾਬ ਨੂੰ ਨਹੀਂ ਹੋ ਸਕੀ। ਗਦਾਰ ਬਹੁਤ ਹੋ ਗਏ, ਹਥਿਆਰਾਂ ਦੀ ਘਾਟ ਸੀ, ਨੀਤੀਆਂ ਦੀ ਘਾਟ ਸੀ, ਲੀਡਰਾਂ ਦੀ ਘਾਟ ਸੀ। ਪਰ ਕਹਿੰਦੇ ਹੁਣ ਅਸੀਂ 1942 ਦੇ ਵਿੱਚ ਜਦੋਂ ਭਾਰਤ ਛੱਡੋ ਅੰਦੋਲਨ ਚਲਾਇਆ ਉਦੋਂ ਅਸੀਂ ਇਹ ਚੀਜ਼ ਦੇ ਵਿੱਚ ਕਾਮਯਾਬ ਹੋਵਾਂਗੇ। ਇਹ ਗੱਲ ਕਹੀ ਸੀ ਇਹਨਾਂ ਨੇ, ਠੀਕ ਹੈ ਜੀ। ਇਹ ਗੱਲ ਕਹੀ ਸੀ। ਤਾਂ ਇਹ ਗੱਲ ਕਿਹੜੇ ਬੰਦੇ ਨੇ ਕਹੀ ਸੀ ਬੱਚਿਓ? ਇਹ ਗੱਲ ਕਹੀ ਸੀ ਜਦੋਂ ਆਪਣਾ ਭਾਰਤ ਆਜ਼ਾਦ ਹੋ ਗਿਆ ਸੀ, ਰਾਤ ਨੂੰ ਕਹੀ ਸੀ ਇਹ ਗੱਲ। ਕਿੰਨੇ ਵਜੇ ਕਹੀ ਸੀ? ਗਾਂਧੀ ਜੀ ਉੱਠੇ 14 ਅਗਸਤ ਨੂੰ ਸਵੇਰੇ 1947 ਨੂੰ। ਉਦੋਂ ਉੱਠ ਕੇ ਉਹਨਾਂ ਨੇ ਇਹ ਗੱਲ ਕੀਤੀ। ਬਸ ਇਹ ਕਿਹਨੇ ਕੀਤੀ ਸੀ? ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ। ਕਿੱਥੇ ਪੰਡਿਤ ਜਵਾਹਰ ਲਾਲ ਨਹਿਰੂ ਜੀ? ਆ ਕੌਣ ਆ? ਮੋਹਨ ਚੰਦ ਕਰਮਚੰਦ ਗਾਂਧੀ। ਇਹ ਮਹਾਤਮਾ ਗਾਂਧੀ ਦਾ ਨਾਂ ਹੀ ਹੈਗਾ, ਮੋਹਨ ਚੰਦ ਕਰਮਚੰਦ ਗਾਂਧੀ। ਸਰਦਾਰ ਵੱਲਭ ਭਾਈ ਪਟੇਲ ਆਪਣੇ ਕਿਹੜੇ ਆ? ਵਾਈਸ ਪ੍ਰਾਈਮ ਮਿਨਿਸਟਰ, ਠੀਕ ਹੈ ਜੀ। ਨੇਤਾ ਜੀ ਸੁਭਾਸ਼ ਚੰਦਰ ਬੋਸ ਕਿਹੜੇ ਆ? ਇਹ ਉਹੀ ਜਿਹੜੇ 1939 ਦੇ ਵਿੱਚ ਅਸਤੀਫਾ ਦੇ ਕੇ ਸੀ, ਨੈਸ਼ਨਲ ਇੰਡੀਅਨ ਆਰਮੀ ਬਣਾ ਲਈ ਸੀ ਆਪਦੀ, ਠੀਕ ਹੈ ਜੀ। ਰਾਣੀ ਝਾਂਸੀ ਰੈਜੀਮੈਂਟ ਵੀ ਇਹਨਾਂ ਦੀ ਬਣਾਈ ਸੀ, ਠੀਕ ਹੈ ਜੀ। ਅਤੇ ਜਵਾਹਰ ਲਾਲ ਨਹਿਰੂ, ਪੰਡਿਤ ਜਵਾਹਰ ਲਾਲ ਨਹਿਰੂ ਜਿਹੜੇ ਕਿ ਆਪਣੇ ਆਜ਼ਾਦ ਭਾਰਤ ਦੇ ਪਹਿਲੇ ਪ੍ਰਾਈਮ ਮਿਨਿਸਟਰ ਸੀ ਅਤੇ ਸਭ ਤੋਂ ਲੰਬੇ ਸਮੇਂ ਤੱਕ ਵੀ ਇਹੀ ਰਹੇ ਹੈ, ਠੀਕ ਹੈ ਜੀ। ਇਹ ਗੱਲ ਯਾਦ ਰੱਖਣੀ ਹੈ। ਨਿੱਕੀਆਂ ਗੱਲਾਂ ਹੀ ਤੁਹਾਨੂੰ ਪੇਪਰ ਦੇ ਵਿੱਚ ਪਾਸ ਕਰਵਾਉਣਗੀਆਂ ਬੱਚਿਓ, ਠੀਕ ਹੈ ਜੀ। ਤਾਂ ਓਕੇ, ਅਤੇ ਆਹ ਪ੍ਰਸ਼ਨ ਚੰਗੀ ਤਰ੍ਹਾਂ ਯਾਦ ਕਰ ਲਿਓ। ਕਿਸੇ ਬੱਚੇ ਨੂੰ ਜੇ ਕੋਈ ਪ੍ਰੋਬਲਮ ਆਉਂਦੀ ਹੈ ਮੈਨੂੰ ਮੈਸੇਜ ਕਰ ਸਕਦੇ ਹੋ। ਅਤੇ ਜੇ ਕਿਸੇ ਕੈਂਡੀਡੇਟ ਨੇ ਐਪ ਲੈਣੀ ਹੈ ਤਾਂ ਐਪ 'ਤੇ ਤੁਹਾਨੂੰ ਸਾਰੀਆਂ ਚੀਜ਼ਾਂ ਥਿਊਰੀਆਂ ਕੰਪਲੀਟ ਕਰਵਾਈਆਂ ਹੋਈਆਂ ਗੀਆਂ, ਅਤੇ ਉਹ 'ਤੇ ਵੀ ਤੁਹਾਨੂੰ MCQ ਕਰਵਾਏ ਜਾਣਗੇ। ਉਹਦੇ ਵੀ ਤੁਹਾਡੇ 1500 MCQ ਦੀ ਲੜੀ ਚੱਲ ਰਹੀ ਹੈ, ਅਤੇ ਹੋਰ ਵੀ ਬਹੁਤ ਕੁਛ ਕਰਵਾਇਆ ਜਾ ਰਿਹਾ ਹੈਗਾ, ਠੀਕ ਹੈ ਜੀ। ਬਾਕੀ YouTube 'ਤੇ ਵੀ ਚੱਲਦਾ ਰਹਿਣਾ ਅਤੇ ਉੱਤੇ ਵੀ ਚੱਲਦਾ ਰਹਿਣਾ। ਜੇ ਕਿਸੇ ਕੈਂਡੀਡੇਟ ਐਪ ਪਰਚੇਜ ਕਰਨੀ ਦਾ ਰੇਟ ਬਹੁਤ ਘੱਟ ਆ ਹਜੇ ਫਿਲਹਾਲ, ਅਤੇ ਪਰਚੇਜ ਕਰਨਾ ਚਾਹੁੰਦਾ ਕਰ ਸਕਦਾ, ਠੀਕ ਹੈ। 6 ਮਹੀਨੇ ਵੈਲਿਡਿਟੀ ਨਾਲ ਮਿਲ ਰਿਹਾ ਸਾਰਾ ਕੁਛ। ਧੰਨਵਾਦ।